ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਪੂਰ ਆਸਰੇ ਅਪਰ ਤਜ। ਗਹੋ ਸਤਿਗੁਰ ਕੀ ਸਰਨਾ। ਮਦ ਉਤਾਰ ਬਹੁ ਵਿਸ਼ਾ ਕੀ। ਹਰਹੁ ਜਨਮ ਪਨ ਮਰਨਾ। ਪੂਰ ਆਸਰੇ ਅਪਰ ਤਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਰੂਪ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਕਰਮਾਂ ਵਾਲੇ ਵੱਡਿਆਂ ਭਾਗਾਂ ਵਾਲੇ ਹੋ ਜੋ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਦੇ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਹਨ। ਉਸ ਤੋਂ ਉਪਰੰਤ ਜੋ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ। ਹੁਣ ਉਸ ਇਤਿਹਾਸ ਦਾ ਸਮਾਂ ਹੋਇਆ ਹੈ। ਜਿਵੇਂ ਗੁਰੂ ਸਾਹਿਬ ਮਹਾਰਾਜ ਬਹਾਵਲਪੁਰ ਦੀ ਰਿਆਸਤ ਵਿੱਚ ਚਲੇ ਗਏ ਅਤੇ ਉੱਥੇ ਜਦੋਂ ਰਾਤ ਪੈ ਗਈ, ਅੰਮ੍ਰਿਤ ਵੇਲੇ ਵੱਡੀ ਸਵੇਰ ਉੱਠ ਕੇ ਅਤੇ ਗੁਰੂ ਸਾਹਿਬ ਜੀ ਨੇ ਸ੍ਰੀ ਜਪਜੀ ਸਾਹਿਬ ਬਾਣੀ ਦਾ ਜਾਪ ਆਰੰਭ ਕਰ ਦਿੱਤਾ।
ਇੱਥੇ ਸੈਯਦ ਪੀਰ ਉੱਤਮ ਜਾਤੀ ਦੇ ਬਹੁਤ ਬਹਾਵਲਪੁਰ ਦੀ ਰਿਆਸਤ ਵਿੱਚ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਉਹਨਾਂ ਦਾ ਇੱਕ ਸੇਵਕ ਸਿੰਧ ਇਲਾਕੇ ਦਾ ਰਹਿਣ ਵਾਲਾ ਸਿੰਧੀ ਮਰੀਦ, ਜਿੱਥੇ ਮਹਾਰਾਜ ਬਾਣੀ ਪੜ੍ਹ ਰਹੇ ਸੀ ਉੱਥੇ ਉਹ ਆ ਗਿਆ। ਗੁਰੂ ਸਾਹਿਬ ਜੀ ਦੀ ਬਾਣੀ ਬੜੇ ਧਿਆਨ ਨਾਲ ਸਰਵਣ ਕਰ ਰਿਹਾ ਸੀ। ਜਦੋਂ ਮਹਾਰਾਜ ਜੀ ਨੇ ਬਚਨ ਪੜ੍ਹਿਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਇਹ ਤੁਕ ਜਦੋਂ ਸੁਣੀ ਹੈ ਤੇ ਉਹ ਸਿੰਧੀ ਮਰੀਦ ਇਸ ਤੁਕ ਨੂੰ ਉਸਨੇ ਕੰਠ ਕਰ ਲਿਆ, ਪਰ ਉਹ ਵਿਚਾਰਦਾ ਬਹੁਤ ਹੈ, ਸੋਚਦਾ ਬਹੁਤ ਵੀ ਇਹਦਾ ਅਰਥ ਕੀ ਹੈ, ਮਾਇਨਾ ਕੀ ਹੈ, ਭੇਦ ਕੀ ਹੈ, ਪਰ ਸਮਝ ਨਹੀਂ ਆਈ। ਸਾਰੀ ਬਾਣੀ ਸਰਵਣ ਕਰਕੇ ਫਿਰ ਉਹ ਮਰੀਦ ਆਪਣੇ ਪੀਰ ਜਲਾਲਦੀਨ ਪੀਰ ਕੋਲ ਚਲਾ ਗਿਆ। ਪੀਰ ਜੀ ਨੇ ਪੁੱਛਿਆ ਵੀ ਮਰੀਦ ਤੂੰ ਕਿੱਥੇ ਰਿਹਾ, ਇੰਨਾ ਸਮਾਂ ਦੇਰ ਕਾਹਨੂੰ ਲਾਈ ਹੈ, ਕਿਹਦੇ ਕੋਲ ਖੜਾ ਰਿਹਾ ਹੈ। ਕਹਿਣ ਲੱਗਾ, ਪੀਰ ਜੀ ਵੀ ਖਲੋਣਾ ਕੀ ਹੈ, ਇੱਕ ਹਿੰਦੂ ਫਕੀਰ ਹੈ, ਦਰਵੇਸ਼, ਅਤੇ ਉਹ ਐਸੀ ਪਵਿੱਤਰ ਬਾਣੀ ਮੁਕਤੀ ਦੇਣ ਵਾਲੀ ਪੜ੍ਹ ਰਹੇ ਸਨ। ਉਹਨਾਂ ਵਿੱਚ ਇੱਕ ਪਦ ਆਇਆ ਹੈ, ਤੁਕ ਆਈ ਹੈ, ਜਿਹਦੇ ਮੈਨੂੰ ਅਰਥ ਸਮਝ ਨਹੀਂ ਪੈ ਰਹੀ। ਆਪਣੇ ਪੀਰ ਨੂੰ ਵੀ ਦੱਸੀ ਹੈ ਤੁਕ। ਉਹ ਕਹਿਣ ਲੱਗੇ ਵੀ ਜਿਨ੍ਹਾਂ ਦੀ ਬਾਣੀ ਤੂੰ ਉਹਨਾਂ ਨੂੰ ਬੁਲਾ ਕੇ ਲੈ ਕੇ ਆਈ ਅਤੇ ਸੱਦ ਕੇ ਲੈ ਕੇ ਆ, ਮੈਂ ਵੀ ਦਰਸ਼ਨ ਕਰਾਂ। ਇਵੇਂ ਸਾਧ ਸੰਗਤ ਜੀ ਉਹ ਪੀਰ ਨੇ ਬੁਲਾ ਕੇ ਲਿਆਂਦਾ। ਜੋ ਸਿੰਧੀ ਮਰੀਦ ਸੀ, ਸਤਿਗੁਰ ਜੀ ਨੂੰ ਬੁਲਾ ਕੇ ਲੈ ਆਇਆ। ਅਤੇ ਜਦੋਂ ਮਹਾਰਾਜ ਜੀ ਆਏ ਹੈ ਅਤੇ ਜਲਾਲਦੀਨ ਪੀਰ ਨੇ ਉੱਠ ਕੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ, ਹਸਤ ਹੱਥਾਂ ਨੂੰ ਚੁੰਮਣਾ ਕੀਤਾ ਅਤੇ ਨਾਲੇ ਬਹੁਤ ਬਚਨ ਵਿਲਾਸ ਪ੍ਰੇਮ ਭਾਵਨਾ ਦੇ ਗਿਆਨ ਦੇ ਖੁਦਾ ਦੇ ਸੰਬੰਧ ਵਿੱਚ ਕੀਤੇ। ਫਿਰ ਸਿੰਧੀ ਮਰੀਦ ਨੇ ਕਿਹਾ ਵੀ ਪੀਰ ਜੀ ਤੁਸਾਂ ਨੇ ਜਿਹੜੀ ਮੇਰੀ ਗੱਲ ਉਹ ਤਾਂ ਪੁੱਛੀ ਨਹੀਂ ਹੈ, ਤੁਸੀਂ ਤਾਂ ਆਪਣੇ ਵਿਚਾਰਾਂ ਵਿੱਚ ਪਰਚ ਗਏ ਹੋ। ਫਿਰ ਜਲਾਲਦੀਨ ਪੀਰ ਨੇ ਸਤਿਗੁਰੂ ਜੀ ਨੂੰ ਕਿਹਾ ਹੋਈ ਬਚਨ, ਮਹਾਰਾਜਾ ਆਪ ਜੀ ਦੇ ਐਸੇ ਬਚਨ ਹੈ, ਇਹਨਾਂ ਦਾ ਅਰਥ ਮਾਇਨਾ ਕੀ ਹੈ, ਮੇਰਾ ਸਿੱਖ ਮਰੀਦ ਪੁੱਛਦਾ ਹੈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਪੀਰ ਜੀ, ਸਿਆਣੇ ਕਹਿੰਦੇ ਆ ਵੀ ਜਿਸ ਜਿੰਦਰੇ ਦੀ ਜੋ ਚਾਬੀ ਹੋਵੇ ਉਹ ਜਿੰਦਰੇ ਨੂੰ ਉਹੀ ਉਹ ਖੋਲ੍ਹ ਸਕਦੀ ਹੈ, ਦੂਸਰੀ ਚਾਬੀ ਜਿੰਦਰੇ ਨੂੰ ਨਹੀਂ ਖੋਲ੍ਹ ਸਕਦੀ। ਭਾਵ ਕਿ ਜੇ ਤੂੰ ਉਪਦੇਸ਼ ਕਰੇ ਆਪਣੇ ਮਰੀਦ ਨੂੰ ਤਾਂ ਉਹਨੂੰ ਜ਼ਿਆਦਾ ਭਰੋਸਾ ਹੋਏਗਾ। ਇਹਦੇ ਸੰਸ਼ੇ ਰੂਪੀ ਜਿੰਦਰੇ ਨੂੰ ਤੁਹਾਡੇ ਬਚਨਾਂ ਰੂਪੀ ਕੁੰਜੀ ਖੋਲ੍ਹ ਸਕਦੀ ਹੈ। ਇਸ ਕਰਕੇ ਤੁਸੀਂ ਦੱਸੋ ਆਪ ਇਹਦਾ ਅਰਥ। ਜੇ ਤੁਸੀਂ ਕਹੋ ਵੀ ਸਾਨੂੰ ਆਉਂਦਾ ਨਹੀਂ ਹੈ ਅਤੇ ਕਹਿੰਦੇ ਵੀ ਤੁਸੀਂ ਫਿਰ ਇੰਝ ਕਰੋ, ਬਿਨਾਂ ਦੇਰੀ ਤੋਂ ਮੱਕੇ ਦੀ ਹੱਜ ਨੂੰ ਚਲੇ ਜਾਓ, ਉੱਥੇ ਤੁਹਾਨੂੰ ਰਸਤੇ ਵਿੱਚ ਇਹਦਾ ਉੱਤਰ ਮਿਲ ਜਾਏਗਾ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਇਹਦਾ ਅਰਥ ਕੀ ਹੈ, ਇਹਦਾ ਮਾਇਨਾ ਕੀ ਹੈ। ਪੀਰ ਜੀ ਨੇ ਉਸ ਵੇਲੇ ਹੱਥ ਜੋੜੇ ਹੈ, ਮਹਾਰਾਜ ਜੀ ਨੂੰ ਮੱਥਾ ਟੇਕਿਆ। ਆਪਣੇ ਸੇਵਕ ਸਿੰਧੀ ਮਰੀਦ ਨੂੰ ਕਿਹਾ ਵੀ ਵੇਖ ਮੈਂ ਜਾ ਰਿਹਾ ਹਾਂ ਅਤੇ ਤੂੰ ਇਹਨਾਂ ਦੀ ਸੇਵਾ ਕਰਨੀ ਹੈ ਤਨੋ ਮਨੋ ਪ੍ਰੇਮ ਧਾਰ ਕੇ। ਅਤੇ ਗੁਰੂ ਸਾਹਿਬ ਜੀ ਨੂੰ ਕਿਹਾ ਵੀ ਮਹਾਰਾਜ ਮੈਂ ਚਲਿਆ ਜਾਂਦਾ ਹਾਂ, ਜਿੰਨਾ ਚਿਰ ਮੈਂ ਮੱਕੇ ਦੀ ਹੱਜ ਵਿੱਚ ਕਰਕੇ ਉੱਥੋਂ ਇਸ ਤੁਕ ਦਾ ਅਰਥ ਲੈ ਕੇ ਨਹੀਂ ਵਾਪਸ ਆ ਜਾਂਦਾ, ਉਹਨਾਂ ਚਿਰ ਤੁਸੀਂ ਇਸੇ ਥਾਂ ਟਿਕੇ ਰਹੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ ਪੀਰ ਜੀ ਤੁਸੀਂ ਜਾਓ। ਫਿਰ ਇਹ ਪੀਰ ਮੱਕੇ ਦੀ ਹੱਜ ਨੂੰ ਚਲਾ ਗਿਆ। ਜੋ ਭਾਈ ਮੂਲਾ ਸੀ ਨਾਲ, ਜਿਨ੍ਹਾਂ ਲਿਖਿਆ ਸੀ ਵੀ ਜਿਉਣਾ ਝੂਠ ਮਰਨਾ ਸੱਚ, ਉਹਨੂੰ ਪਰਖਣ ਵਾਸਤੇ ਗੁਰੂ ਜੀ ਨੇ ਇੱਕ ਚੋਜ ਕੀਤਾ ਵੀ ਐਵੇਂ ਐਵੇਂ ਤੇਰੇ ਘਰ ਤੇਰੇ ਨਾਲ ਈਰਖਾ ਕਰਨ ਵਾਲਾ ਅੱਜ ਤੇਰੇ ਘਰ ਗਿਆ ਹੈ। ਤੇਰੀ ਘਰ ਵਾਲੀ ਨੂੰ ਨੇ ਕਿਹਾ ਵੀ ਤੇਰਾ ਪਤੀ ਮੂਲਾ
ਚੜ੍ਹਾਈ ਕਰ ਗਿਆ ਹੈ। ਇਸ ਸੰਬੰਧ ਵਿੱਚ ਤੇਰੀ ਪਤਨੀ ਜਿਹੜੀ ਹੈ ਸਤੀ ਹੋਣ ਲੱਗੀ ਹੈ। ਜੇ ਤੂੰ ਬਚਾ ਸਕਦਾ ਤਾਂ ਬਚਾ ਲਾ। ਬਾਕੀ ਵੀ ਜੇ ਤੈਨੂੰ ਦ੍ਰਿੜ ਵੈਰਾਗ ਹੋਇਆ ਵੀ ਤੂੰ ਮੋਹ ਛੱਡਿਆ ਹੋਇਆ ਵੀ ਚਲੋ ਜੇ ਉਹਨੇ ਮਰਨਾ ਤਾਂ ਮਰਨਾ ਹੀ ਹੈ, ਹੁਣ ਮੈਂ ਕੀ ਜਾਣਾ ਹੈ, ਫਿਰ ਤੂੰ ਸਾਡੇ ਨਾਲ ਹੀ ਰਹਿ। ਜਦੋਂ ਹੀ ਪਰ ਇਹ ਸੁਣਿਆ ਵੀ ਮੇਰੀ ਘਰਵਾਲੀ ਸੜ ਜਾਏਗੀ, ਉਹ ਮੋਹ ਜਾਗ ਪਿਆ, ਮੋਹ ਦੇ ਉੱਠੇ ਹੈ ਲਹਿਰਾਂ। ਉਸੇ ਵੇਲੇ ਕਿਹਾ ਮਹਾਰਾਜ ਮੈਂ ਕਿਵੇਂ ਜਾਵਾਂ ਘਰ, ਮੇਰੀ ਤਾਂ ਘਰਵਾਲੀ ਸੜ ਕੇ ਮੱਚ ਜਾਏਗੀ। ਆਪ ਸਮਰੱਥ ਹੋ, ਜੇ ਤੁਸੀਂ ਪਹੁੰਚਾ ਦਿਓ ਤਾਂ ਮੈਂ ਪਹੁੰਚ ਸਕਦਾ ਹਾਂ। ਗੁਰੂ ਸਾਹਿਬ ਜੀ ਇਹ ਸੁਣ ਕੇ ਹੱਸੇ ਆ ਵੀ ਵੇਖੋ ਲਿਖ ਦਿੱਤਾ ਹੈ ਵੀ ਜਿਉਣਾ ਝੂਠ ਮਰਨਾ ਸੱਚ, ਪਰ ਦ੍ਰਿੜ ਨਿਸ਼ਚਾ ਕੋਈ ਨਹੀਂ ਹੈ। ਗੁਰੂ ਮਹਾਰਾਜ ਕਹਿੰਦੇ ਵੀ ਚਲੋ ਸਾਰੀਆਂ ਗੱਲਾਂ ਛੱਡੋ, ਭਾਈ ਮੂਲਾ ਜੀ ਆਪਣੇ ਨੇਤਰ ਬੰਦ ਕਰੋ। ਉਹ ਆਗਿਆ ਮੰਨ ਕੇ ਨੇਤਰ ਬੰਦ ਕੀਤੇ। ਜਦੋਂ ਨੇਤਰ ਖੋਲ੍ਹੇ ਹੈ ਅਤੇ ਉਹ ਕੀ ਦੇਖਿਆ ਵੀ ਘਰੇ ਬੈਠਾ ਹੈ, ਅਤੇ ਘਰ ਪਹੁੰਚ ਗਿਆ ਇਸੇ ਨੇਤਰ ਬੰਦ ਕਰਨ ਨਾਲ ਹੀ। ਅਤੇ ਮੋਹ ਵਿੱਚ ਫਸ ਕੇ ਫਿਰ ਉਸੇ ਤਰ੍ਹਾਂ ਜਿਵੇਂ ਪਹਿਲਾਂ ਦੁਕਾਨਦਾਰੀ ਕਰਦਾ ਸੀ ਘਰ ਵਿੱਚ ਹੀ ਪਰਚ ਗਿਆ। ਇੱਧਰ ਜਲਾਲਦੀਨ ਪੀਰ ਜਿਵੇਂ ਮੱਕੇ ਦੀ ਹੱਜ ਨੂੰ ਗਏ ਹੈ, ਰਸਤੇ ਵਿੱਚ ਜਿਵੇਂ ਉਹ ਬਚਨਾਂ ਦੇ ਅਰਥ ਮਿਲੇ ਹੈ, ਗੁਰਮੁਖ ਕਿਹਨੂੰ ਕਹਿੰਦੇ ਹੈ, ਗੁਰਮੁਖ ਕੈਸਾ ਹੁੰਦਾ ਹੈ, ਉਹ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੂਰ ਆਸਰੇ ਅਪਰ ਤਜ। ਭਾਈ ਸੰਤੋਖ ਸਿੰਘ ਜੀ ਜੋ ਆਪਣੇ ਅੰਦਰਲਾ ਜੀਵ ਆਤਮਾ ਹੈ ਉਸ ਨੂੰ ਕਹਿ ਰਹੇ ਹੈ ਕਿ ਹੇ ਮੇਰੇ ਜੀਵ ਆਤਮਾ, ਆ ਜਿਹੜੇ ਝੂਠ ਦੇ ਆਸਰੇ ਨਾ ਸਾਰੇ ਦੇਵੀ ਦੇਵਤਿਆਂ ਦੇ, ਸਕੇ ਸੰਬੰਧੀਆਂ ਦੇ, ਭਾਈ ਬੰਦ, ਝੂਠੇ ਲੋਕਾਂ ਦੇ ਜਿਹੜੇ ਤੂੰ ਆਸਰੇ ਸਮਝੇ ਹੋਏ ਵੀ ਮੇਰਾ ਆਹ ਆਸਰਾ ਹੈ, ਮੇਰਾ ਫਲਾਣਾ ਆਸਰਾ ਹੈ, ਫਲਾਣੇ ਦਾ ਮੈਨੂੰ ਬੜਾ ਸਹਾਰਾ ਹੈ, ਇਹ ਜਿਹੜੇ ਝੂਠੇ ਆਸਰੇ ਹੈ ਹੇ ਜੀਵ ਆਤਮਾ ਇਹਨਾਂ ਸਾਰਿਆਂ ਨੂੰ ਤੂੰ ਛੱਡ ਦੇ। ਕਹੋ ਸਤਿਗੁਰ ਕੀ ਸਰਨ। ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਹੈ ਉਹਨਾਂ ਸਤਿਗੁਰੂ ਦੀ ਸ਼ਰਨ ਤੂੰ ਗ੍ਰਹਿਣ ਕਰ ਲਾ, ਉਹ ਸ਼ਰਨ ਫੜ ਲਾ। ਗੁਰੂ ਮਹਾਰਾਜ ਦੀ ਸ਼ਰਨ 'ਚ ਆ ਜਾ। ਅਬਿਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਮਨੁੱਖਾਂ ਦੀ ਪ੍ਰੀਤੀ ਆਸਰੇ ਛੱਡ ਦੇ, ਗੁਰੂ ਦੇ ਚਰਨਾਂ ਦੀ ਸ਼ਰਨ ਦਾ ਆਸਰਾ ਲੈ। ਹੇ ਮੇਰੇ ਜੀਵ ਆਤਮਾ ਸਤਿਗੁਰੂ ਦੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਫੜ ਲਾ। ਮਲ ਉਤਾਰ ਬਹੁ ਵਿਸ਼ਾ ਕੀ। ਤੇ ਜਿਹੜੀ ਵਿਸ਼ਿਆਂ ਦੀ ਤੇਰੇ ਅੰਦਰ ਮੈਲ ਲੱਗੀ ਹੈ ਬੜੀ, ਤੇਰੇ ਮਨ ਰੂਪੀ ਕੱਪੜੇ ਨੂੰ, ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ, ਹੋਰ ਵਿਸ਼ਿਆਂ ਦੀ ਮੈਲ, ਰਾਗ ਦਵੇਸ਼ ਦੀ ਮੈਲ ਵੀ ਆਪਣਿਆਂ ਨੂੰ ਪ੍ਰੇਮ, ਦੂਜਿਆਂ ਨਾਲ ਈਰਖਾ, ਇਹ ਜਿਹੜੀ ਰਾਗ ਦਵੇਸ਼ ਦੀ ਮੈਲ ਹੈ। ਇਸੇ ਤਰ੍ਹਾਂ ਜਿਹੜੀ ਪਾਪਾਂ ਦੀ ਮੈਲ ਹੈ, ਜਨਮਾਂ ਜਨਮਾਂ ਦੀ ਮੈਲ ਹੈ, ਤੇਰੇ ਮਨ ਰੂਪੀ ਕੱਪੜੇ ਨੂੰ ਲੱਗੀ ਹੈ। ਇਹ ਜੀਵ ਆਤਮਾ ਐਸੀ ਵਿਸ਼ਿਆਂ ਦੀ ਮੈਲ ਨੂੰ ਤੂੰ ਲਾ ਦੇ, ਉਤਾਰ। ਹਰਿ ਜਨਮ ਪਨ ਮਰਨਾ। ਤੇ ਇਉਂ ਤੂੰ ਕਰਕੇ ਜਿਹੜਾ ਆਪਣਾ ਜਨਮ ਮਰਨ ਉਹ ਦੂਰ ਕਰ ਲਾ, ਭਾਵ ਮੁਕਤ ਹੋ ਜਾ। ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਪੈ ਗਏ। ਗੁਰੂ ਦੀ ਸ਼ਰਨ ਵਿੱਚ ਹੀ ਸਾਰੇ ਸੁੱਖ ਹਨ। ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜਿਹੜੇ ਸ਼ਰਨ ਵਿੱਚ ਮਹਾਰਾਜ ਜੀ ਦੇ ਪੈ ਜਾਂਦੇ ਅਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਕੰਠ ਨਾਲ ਲਾ ਲੈਂਦੇ। ਜਿਹੜੇ ਕਹਿੰਦੇ ਆ ਵੀ ਮਹਾਰਾਜ ਸਰਨ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ।
ਐਵੇਂ ਹੈ ਮਨਾ ਤੂੰ ਗੁਰੂ ਦੀ ਸ਼ਰਨ ਫੜ ਲਾ, ਤੇਰਾ ਜੰਮਣ ਮਰਨ ਜਿਹੜਾ ਕੱਟਿਆ ਜਾਏਗਾ, ਭਾਵ ਤੂੰ ਮੁਕਤ ਹੋ ਜਾਏਗਾ। ਸ੍ਰੀ ਬਾਲਾ ਸੰਦਰ ਵਾਚ ਚੌਪਈ। ਅਬ ਜਲਾਲ ਕੋ ਸਨਹਾ ਬਿਰਤੰਤੇ। ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਸਾਹਿਬ ਜੀ, ਜੋ ਜਲਾਲਦੀਨ ਪੀਰ ਨਾਲ ਪ੍ਰਸੰਗ ਪਿੱਛੇ ਹੋਇਆ ਹੈ, ਜੋ ਪਿੱਛੇ ਕਥਾ ਸਮਾਪਤ ਕੀਤੀ ਸੀ, ਉਹ ਪ੍ਰਸੰਗ ਅੱਜ ਫੇਰ ਆ ਰਿਹਾ ਹੈ। ਹੁਣ ਆਪ ਜੀ ਜਲਾਲਦੀਨ ਪੀਰ ਦਾ ਪ੍ਰਸੰਗ ਸੁਣੋ। ਸ੍ਰੀ ਅੰਗਦ ਜੀ ਗੁਣ ਗਨਵੰਤੇ। ਇਹ ਗੁਰੂ ਅੰਗਦ ਦੇਵ ਸਾਹਿਬ ਜੀ ਸਮੂਹ ਗੁਣਾਂ ਵਾਲੇ ਮਹਾਰਾਜ। ਸ੍ਰੀ ਗੁਰ ਕੋ ਬਸਾਏ ਨਿਜ ਥਾਈ। ਐਵੇਂ ਜਲਾਲਦੀਨ ਪੀਰ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਸਥਾਨ 'ਤੇ ਜਿੱਥੇ ਰਹਿੰਦੇ ਸਨ ਉੱਥੇ ਟਿਕਾ ਕੇ ਵਸਾ ਕੇ ਤੂਰਨ ਮਾਰਗ ਆਇਓ ਧਾਈ। ਤੇ ਬੜੀ ਛੇਤੀ ਨਾਲ ਜੋ ਮੱਕੇ ਦੀ ਹੱਜ ਵਾਸਤੇ ਜਿਹੜੇ ਰਸਤੇ ਵਿੱਚ ਦੌੜ ਕੇ ਆ ਰਹੇ ਸਨ। ਦੋਹਰਾ ਗਇਓ ਤਹਾਂ ਬਿਨਾ ਬਿਲਮਤੇ। ਜਲਾਲਦੀਨ ਪੀਰ ਬਹੁਤ ਵੱਡੀ ਤਾਕਤ ਵਾਲੇ ਸ਼ਕਤੀਆਂ ਵਾਲੇ ਸਨ, ਜਿਸ ਕਰਕੇ ਬਿਨਾਂ ਦੇਰੀ ਤੋਂ ਹੀ ਉੱਥੇ ਚਲੇ ਗਏ। ਜਹ ਸਾਗਰ ਕੋ ਤੀਰਾ। ਜਿੱਥੇ ਸਮੁੰਦਰ ਦਾ ਕਿਨਾਰਾ ਹੈਗਾ ਸੀ। ਇੱਕ ਜਹਾਜ਼ ਆਇਓ ਤਬ ਹੈ। ਉਹ ਜਦੋਂ ਹੀ ਜਾ ਕੇ ਕਿਨਾਰੇ ਤੇ ਖੜੇ ਆ, ਉਸੇ ਵੇਲੇ ਕਹਿੰਦੇ ਇੱਕ ਜਹਾਜ਼ ਆ ਗਿਆ। ਚੜ੍ਹ ਬੈਠਿਓ ਪਿਖ ਪੀਰਾ। ਪੀਰ ਜੀ ਉਸ ਜਹਾਜ਼ ਨੂੰ ਵੇਖ ਕੇ ਤੇ ਚੜ੍ਹ ਕੇ ਬੈਠ ਗਏ ਵਿੱਚ। ਚੌਪਈ ਚੱਲਿਓ ਜਹਾਜ਼ ਸੋ ਉਦਦ ਮਝਾਰੇ। ਜਦੋਂ ਜਿਹੜਾ ਜਹਾਜ਼ ਹੈ ਉਹ ਸਮੁੰਦਰ ਵਿੱਚ ਚੱਲਿਆ ਜਾਂਦਾ ਸੀ। ਲੱਗਿਓ ਜਾਏ ਗਰ ਏਕ ਕਿਨਾਰੇ। ਜਾ ਕੇ ਤੇ ਇੱਕ ਪਹਾੜ ਦੇ ਕਿਨਾਰੇ ਜਾਣ ਲੱਗ ਗਿਆ ਸਮੁੰਦਰ ਵਿੱਚ। ਉਤਰਿਓ ਤਬ ਜਹਾਜ਼ ਤੇ ਗਇਓ। ਐਵੇਂ ਪੀਰ ਜੀ ਜਹਾਜ਼ ਤੋਂ ਉਤਰੇ ਤੇ ਉਹ ਪਹਾੜ ਦੇ ਵਿੱਚ ਚਲੇ ਗਏ। ਗਿਰ ਦੇਖਣ ਕੇ ਹਿਤ ਹੁਲਸਿਓ। ਇਸ ਪਹਾੜ ਨੂੰ ਦੇਖਣਾ ਕਰੀਏ ਕੀ ਹੈ, ਇਸ ਪਹਾੜ ਤੇ ਐਵੇਂ ਹਿੱਤ ਜਿਹੜਾ ਪਹਾੜ ਨੂੰ ਦੇਖਣ ਵਾਸਤੇ ਚਿੱਤ ਜਿਹਾ ਉਸ ਉਤਸ਼ਾਹ ਵਿੱਚ ਆਇਆ ਹੈ। ਅਤ ਸੁੰਦਰ ਮੰਦਰ ਬਹੁ ਦੇਖੇ। ਉਹ ਕੀ ਜਾ ਕੇ ਵੇਖਿਆ, ਪਹਾੜ ਉੱਪਰ ਬਹੁਤ ਜਿਹੜੇ ਸੁੰਦਰ ਸੁੰਦਰ ਮਕਾਨ ਹੈ ਬਹੁਤੇ ਪਏ ਹੋਏ ਦੇਖੇ ਐ। ਜਿਨ ਮਹਿ ਸਹਿਜਾ ਰਚਰ ਬਸੇਖੇ। ਜਿਨ੍ਹਾਂ ਮਕਾਨਾਂ ਮੰਦਰਾਂ ਦੇ ਵਿੱਚ ਜਿਹੜੀਆਂ ਸੇਜਾਂ ਪਲੰਘ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਡੱਠੇ ਹੋਏ ਐ। ਮਾਨਵ ਕੋ ਨਾ ਦੇਖਿਓ ਤਹਵਾ। ਪਰ ਪੀਰ ਜੀ ਨੇ ਉੱਥੇ ਇੱਕ ਵੀ ਮਨੁੱਖ ਨੂੰ ਜਿਹੜਾ ਦੇਖਿਆ ਨਹੀਂ, ਕੋਈ ਵੀ ਮਨੁੱਖ ਨਹੀਂ ਦਿਸ ਰਿਹਾ ਉਹਨਾਂ ਸੇਜਾਂ ਤੇ। ਚਿਤ ਮਹਿ ਆਤ ਚਕਰਤ ਹੋਆ ਰਹਵਾ। ਤੇ ਚਿੱਤ ਵਿੱਚ ਬੜਾ ਚਕਰਿਤ ਹੈਰਾਨ ਜਿਹਾ ਹੋ ਕੇ ਹੱਕਾ ਬੱਕਾ ਜਿਹਾ ਹੋ ਰਿਹਾ ਪੀਰ ਜਲਾਲ। ਕਰਾਂ ਵਿਚਾਰ ਪਿਖਾਂ ਪਰ ਦੁਖੋ। ਤੇ ਵਿਚਾਰ ਕਰਨ ਲੱਗੇ ਵੀ ਜਦੋਂ ਸ਼ਾਮ ਦਾ ਵੇਲਾ ਹੋਵੇਗਾ ਉਦੋਂ ਮੈਂ ਦੇਖਾਂਗਾ। ਨਿਸ ਰਹਿ ਅਨ ਉਦਰ ਨਿਜ ਭੁਖੋ। ਵੀ ਰਾਤ ਰਹਿ ਕੇ ਇੱਥੇ ਸੋਹਣੀਆਂ ਸੇਜਾਂ ਤੇ ਇੱਥੇ ਅੰਨ ਜਿਹੜਾ ਹੈ ਖਾਵਾਂਗਾ ਤੇ ਆਪਣੇ ਪੇਟ ਨੂੰ ਭਰਾਂਗਾ। ਸਿੰਧ ਕਿਨਾਰ ਆਏ ਸੋ ਬੈਸਾ। ਐਵੇਂ ਵਿਚਾਰ ਕੇ ਜਲਾਲਦੀਨ ਪੀਰ ਜੀ ਸਮੁੰਦਰ ਦੇ ਕਿਨਾਰੇ ਤੇ ਫੇਰ ਆਣ ਕੇ ਬੈਠ ਗਏ। ਕੌਤਕ ਤਹਾਂ ਬਿਲੋਕਿਓ ਐਸਾ। ਜਦੋਂ ਸਮੁੰਦਰ ਦੇ ਕਿਨਾਰੇ ਤੇ ਬੈਠੇ ਤੇ ਉੱਥੇ ਇੱਕ ਐਸਾ ਹੀ ਅਚਰਜ ਜਿਹਾ ਹੀ ਹੈਰਾਨੀਜਨਕ ਜਿਹਾ ਹੀ ਕੌਤਕ ਦੇਖਿਆ ਹੈ। ਦੋਹਰਾ ਇੱਕ ਜਹਾਜ਼ ਬੂਡਨ ਲੱਗਾ। ਤਦੋਂ ਜਿਹੜਾ ਇੱਕ ਜਹਾਜ਼ ਸੀ ਉਹ ਸਮੁੰਦਰ ਵਿੱਚ ਡੁੱਬਣ ਲੱਗਾ। ਰੋਰ ਪਰਿਓ ਤੇ ਸਮਾਹੇ। ਤੇ ਜਹਾਜ਼ ਵਿੱਚ ਜਦੋਂ ਉਹ ਜਹਾਜ਼ ਡੁੱਬਣ ਲੱਗਾ ਤੇ ਜਹਾਜ਼ ਵਿੱਚ ਬੜਾ ਰੌਲਾ ਜਿਹਾ ਪੈ ਗਿਆ, ਕੋਈ ਬਚਾਓ ਕੋਈ ਬਚਾਓ, ਆ ਨਹੀਂ ਤੇ ਮਰ ਜਾਵਾਂਗੇ। ਪੀਰ ਤੀਰ ਬੈਸਿਓ ਸੁਨਿਓ। ਇਹ ਪੀਰ ਜਲਾਲਦੀਨ ਜੋ ਕਿਨਾਰੇ ਤੇ ਬੈਠੇ ਹੋਏ ਸਨ
ਤਦੋਂ ਇਹਨਾਂ ਨੇ ਉਹ ਰੌਲਾ ਸੁਣਿਆ। ਬਹੁਤ ਲੋਕ ਬਿਲ ਲਾਹੇ, ਬਹੁਤ ਲੋਕਾਂ ਨੇ ਚੀਕ ਚਿਹਾੜਾ ਵਿੱਚ ਪਾਇਆ ਹੋਇਆ ਸੀ। ਇਹੀ ਕਹਿ ਰਹੇ ਸਨ, ਬਚਾਓ ਕੋਈ, ਨਹੀਂ ਤਾਂ ਡੁੱਬ ਕੇ ਮਰ ਜਾਵਾਂਗੇ। ਚੌਪਈ ਤਬ ਹੈ ਜਲਾਲ ਖੁਦਾਏ ਅਗਾਰੀ। ਉਹਨਾਂ ਦੀ ਬਿਲਕਣਾ ਜਾ ਸੁਣ ਕੇ ਤਦੋਂ ਹੀ ਜਲਾਲਦੀਨ ਪੀਰ ਨੇ ਖੁਦਾ ਅੱਗੇ, ਪਰਮੇਸ਼ਰ ਅੱਗੇ ਹੱਥ ਬੰਦ ਕਾ ਬਿਨਾ ਉਚਾਰੀ, ਹੱਥ ਜੋੜ ਕੇ ਬੇਨਤੀ ਕੀਤੀ। ਦੇਸ਼ ਵਿਦੇਸ਼ ਲੋਕ ਸਮਾਹੀ, ਇਹ ਖੁਦਾ, ਇਸ ਜਹਾਜ਼ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਲੋਕ ਆਏ ਹੋਏ ਹਨ। ਸਤ ਬਨਤਾ ਤਜ ਬਨਜ ਕਰਾਹੀ। ਆਪ ਜੀ ਵੇਖੋ ਨਾ, ਕਿਵੇਂ ਕੋਈ ਆਪਣੀ ਪੁੱਤ ਨੂੰ ਛੱਡ ਕੇ ਆਇਆ, ਕੋਈ ਧੀ ਨੂੰ ਛੱਡ ਕੇ, ਕੋਈ ਆਪਣੀ ਇਸਤਰੀਆਂ ਧੀਆਂ ਪੁੱਤਾਂ ਨੂੰ ਛੱਡ ਕੇ, ਪਰਿਵਾਰ ਛੱਡ ਕੇ, ਅਤੇ ਜਿਹੜਾ ਸੌਦਾ ਹੈ ਉਹਦਾ ਵਣਜ ਵਪਾਰ ਕਰ ਰਹੇ ਹੈ। ਐਵੇਂ ਸੌਦੇ ਲੈ ਕੇ ਇੱਧਰ ਵਪਾਰ ਕਰਨ ਲਈ ਵੇਚਣ ਆਏ ਹਨ। ਯਾ ਖੁਦਾਏ ਕਿਉ ਇਨਹਿ ਡੁਬਾਵੈ। ਇਹ ਖੁਦਾ ਤੂੰ ਨਿਆਰਾ ਹੀ ਹੈ ਨਾ, ਵੀ ਜਿਹੜੇ ਵਿਚਾਰੇ ਘਰ ਛੱਡ ਕੇ ਆਏ ਆ, ਅਤੇ ਤੂੰ ਕਿਉਂ ਇਹਨਾਂ ਨੂੰ ਡੁਬਾ ਰਿਹਾ, ਕਿਉਂ ਇਹਨਾਂ ਨੂੰ ਧੱਸ ਰਿਹਾ ਸਮੁੰਦਰ ਪਾਣੀ ਵਿੱਚ। ਸਨ ਬੰਦੀ ਸੰਗ ਸਭ ਮਰ ਜਾਵੈ। ਜਦੋਂ ਇਹ ਸਾਰੇ ਮਰ ਜਾਣਗੇ ਡੁੱਬ ਕੇ, ਅਤੇ ਜਿਹੜੇ ਇਹਨਾਂ ਦੇ ਸਕੇ ਸੰਬੰਧੀ ਹੈ, ਪਰਿਵਾਰ, ਧੀਆਂ ਪੁੱਤ ਹੈ, ਉਹ ਵੀ ਨਾਲ ਹੀ ਹੇ ਖੁਦਾ ਰੋ ਰੋ ਕੇ ਮਰ ਜਾਣਗੇ। ਐਸੇ ਜਬਾ ਪੀਰ ਨਾ ਕਹਿਓ। ਇਸ ਤਰ੍ਹਾਂ ਜਦੋਂ ਪਰਮੇਸ਼ਰ ਦੇ ਹੁਕਮ ਜੇ ਨੂੰ ਮੋੜ ਕੇ ਤੇ ਪੀਰ ਨੇ ਕਿਹਾ ਹੈ ਨਾ ਆਪਣੇ ਵੱਲੋਂ ਵੀ ਖੁਦਾ ਵੀ ਤੂੰ ਨਿਆਰਾ ਹੀ ਹੈ, ਕਿ ਲੋਕ ਕਮਾਈ ਕਰਨਾ ਹੈ, ਤੇ ਤੂੰ ਡੁਬੋ ਰਿਹਾ ਲੋਕਾਂ ਨੂੰ। ਡੁੱਬਣ ਤੇ ਜਹਾਜ਼ ਬਚ ਰਹੇ ਹੋ, ਤੇ ਡੁੱਬਣ ਤੋਂ ਜਿਹੜਾ ਜਹਾਜ਼ ਉਹ ਬਚ ਕੇ ਰਹਿ ਗਿਆ, ਭਾਵ ਡੁੱਬਿਆ ਨਹੀਂ, ਪੀਰ ਦੇ ਕਹਿਣੇ ਕਰਕੇ। ਦਿਵਸ ਬਤੀਤੇ ਪੀਰ ਵਿਚਾਰੀ। ਐਵੇਂ ਦਿਨ ਸਾਰਾ ਉਹ ਲੰਘ ਗਿਆ ਹੈ, ਤੇ ਪੀਰ ਨੇ ਫਿਰ ਸੋਚ ਵਿਚਾਰ ਕੀਤੀ। ਚੱਲੋ ਅਬ ਹੈ ਜਹ ਸਹਿਜਾ ਚਾਰੀ। ਚੱਲ ਵੀ ਪੀਰ, ਉੱਥੇ ਜਿੱਥੇ ਤੂੰ ਸਵੇਰੇ ਵੇਖ ਕੇ ਆ, ਬੜੀਆਂ ਸੋਹਣੀਆਂ ਸੋਹਣੀਆਂ ਸੇਜਾਂ ਵਿਛੀਆਂ ਹੋਈਆਂ, ਪਲੰਘ ਡੱਠੇ ਹੋਏ ਆ, ਚੱਲ ਹੁਣ ਉੱਥੇ ਚਲਿਆ ਜਾ। ਸੋਵਨਹਾਰ ਸੋ ਕਿਤ ਤੇ ਆਵੈ। ਉਹ ਸੋਹਣੀਆਂ ਸੇਜਾਂ ਦੇ ਵੀ ਸੌਣ ਵਾਲੇ ਕਿੱਥੋਂ ਆਉਂਦੇ ਆ, ਕਿਹੜੇ ਤੇ ਕਿੱਥੋਂ ਆਉਂਦੇ ਆ। ਸੁਭ ਸਹਿਜਾ ਪਰ ਰਾਨ ਬਿਤਾਵੈ। ਜੋ ਆ ਕੇ ਸੋਹਣੀਆਂ ਸੋਹਣੀਆਂ ਸੇਜਾਂ ਪਲੰਘਾਂ ਦੇ ਤੇ ਰਾਤ ਬਤੀਤ ਕਰਦੇ, ਸਮਾਂ ਲਗਾਉਂਦੇ ਰਾਤ ਦਾ ਮੌਜ ਨਾਲ। ਦੋਹਰਾ ਗਇਓ ਪੀਰ ਦੇਖੇ ਕਹਾਂ। ਕਹਿੰਦੇ ਜਦੋਂ ਉੱਥੇ ਪੀਰ ਜੀ ਜਿਹੜੇ ਗਏ ਹੈ, ਉਸੇ ਮੰਦਰਾਂ ਮਕਾਨਾਂ ਵਿੱਚ ਜਿੱਥੇ ਸੇਜਾਂ ਵਿਛੀਆਂ ਹੋਈਆਂ ਸੀ, ਤੇ ਕੀ ਦੇਖਿਆ ਜਲਾਲਦੀਨ ਪੀਰ ਨੇ। ਅਗਰਜ ਬੈਠੇ ਸੋਏ। ਉੱਥੇ ਪਹਿਲਾਂ ਹੀ ਕਹਿੰਦੇ ਜਿਹੜੇ ਸੰਤ ਮਹਾਤਮਾ ਰੱਬ ਦੇ ਪਿਆਰੇ ਬੈਠੇ ਹੋਏ ਸਨ। ਏਕ ਸੰਤ ਕੇ ਨਿਕਟ ਤਬ। ਤਦੋਂ ਜਲਾਲਦੀਨ ਪੀਰ ਜੀ ਇੱਕ ਸੰਤ ਮਹਾਤਮਾ ਦੇ ਕੋਲ ਜਾ ਕੇ ਬੈਠਿਓ ਦੀਨ ਸੋ ਹੋਏ। ਬੜਾ ਹੀ ਦੀਨ ਮਾਣਾ ਜਾ ਹੋ ਕੇ ਬੈਠ ਗਿਆ ਵੇ, ਧਰਤੀ ਦੇ ਹੇਠਾਂ ਹੀ ਜਾ ਕੇ ਬੈਠ ਗਿਆ। ਚੌਪਈ ਕੁਦਰਤ ਕੋ ਆਹਾਰ ਤਨ ਆਇਓ। ਉਸ ਵੇਲੇ ਕੀ ਕਲਾ ਵਰਤੀ ਹੈ, ਪੀਰ ਜਾ ਕੇ ਬੈਠ ਗਿਆ। ਉਹ ਮਹਾਤਮਾ ਸਾਰੇ ਸੇਜਾ ਦੇ ਬੈਠੇ ਹੋਏ ਹੈ, ਤੇ ਕੁਦਰਤ ਵੱਲੋਂ ਹੀ, ਪਾਪ ਪਰਮੇਸ਼ਰ ਵੱਲੋਂ ਸ਼ਕਤੀ ਨਾਲ ਹੀ ਉਹਨਾਂ ਸੰਤਾਂ ਦੇ ਛਕਣ ਵਾਸਤੇ ਜਿਹੜੇ ਭੋਜਨ ਥਾਲਾਂ ਵਿੱਚ ਆ ਗਏ। ਮਦਰ ਸਾਧ ਮਦ ਸਾਮ ਮਨ ਪਾਇਓ। ਜਿਹੜੇ ਬੜੇ ਮਿੱਠੇ ਤੇ ਸਵਾਦ ਸ਼ਹਿਦ ਵਰਗੇ ਮਨ ਭਾਉਂਦੇ ਭੋਜਨ ਸਨ ਥਾਲ ਵਿੱਚ। ਬਿਨ ਭੋਜਨ ਇਹ ਬੈਸੋ ਜਹਾਂ। ਜਿੱਥੇ ਇਹ ਪੀਰ ਸੀ ਉੱਥੇ ਭੋਜਨ ਤੋਂ ਬਿਨਾਂ ਹੀ ਬੈਠਾ ਸੀ ਜਲਾਲਦੀਨ ਪੀਰ, ਭਾਵ ਇਹਦੇ ਵਾਸਤੇ ਕੋਈ ਥਾਲ ਨਹੀਂ ਉਤਰਿਆ ਪਰਮੇਸ਼ਰ ਵੱਲੋਂ। ਜਹਾਂ ਜੋ ਸੰਤ ਤਿਹ ਐਸੋ ਕਹਾ। ਉੱਥੇ ਜੋ ਸੰਤ ਸੀ ਜਿਹਦੇ ਕੋਲ ਜਲਾਲਦੀਨ ਪੀਰ ਬੈਠਾ ਹੋਇਆ ਸੀ, ਤੇ ਉਸਨੇ ਵੇਖਿਆ ਵੀ ਸਾਨੂੰ ਇਹ ਥਾਲ ਆ ਗਏ, ਇਸ ਪੀਰ ਨੂੰ ਫਕੀਰ ਨੂੰ ਨਹੀਂ ਥਾਲ ਆਇਆ, ਤੇ ਇਸ ਤਰ੍ਹਾਂ ਕਿਹਾ, ਤੁਮ ਕੋ ਭੋਜਨ ਕਿਉਂ ਨਹ ਆਇਓ। ਇਹ ਪੀਰ ਜੀ ਤੁਸੀਂ ਵੀ ਤੇ ਰੱਬ ਦੇ ਪਿਆਰੇ ਹੀ ਹੋ ਨਾ, ਤੁਸੀਂ ਵੀ ਤੇ ਉਹਦੇ ਦਰਵੇਸ਼ ਹੋ,
ਤੇ ਤੁਹਾਨੂੰ ਵੀ ਕਿਉਂ ਨਹੀਂ ਆ ਭੋਜਨ ਪਰਮੇਸ਼ਰ ਵੱਲੋਂ ਥਾਲ ਆਇਆ। ਇਉਂ ਕਹਿ ਟਿਗ ਸੋ ਮਹੰਤ ਸਿਧਾਇਓ। ਇਉਂ ਕਹਿ ਕੇ ਜੋ ਇਹਨਾਂ ਸਾਰੇ ਸੰਤਾਂ ਦਾ ਮੁਖੀ ਸੰਤ ਮਹੰਤ ਸੁਆਮੀ ਸੀ, ਉਹਦੇ ਕੋਲ ਚਲਿਆ ਗਿਆ ਉਹ ਸੰਤ ਮਹਾਤਮਾ। ਕਹਿਓ ਜਾਏ ਤਿਨ ਹਮਾਰੇ ਤੀਰਾ। ਜਾ ਕੇ ਕਿਹਾ ਹੈ ਸੁਆਮੀ ਮਹੰਤ ਜੀ, ਅੱਜ ਜਿੱਥੇ ਮੈਂ ਬੈਠਾ ਮੇਰੇ ਆਸਣ ਦੇ ਕੋਲ ਹੀ ਇੱਕ ਬੈਠਿਓ ਆਏ ਸੋ ਏਕ ਫਕੀਰਾ। ਇੱਕ ਜਿਹੜਾ ਫਕੀਰ ਹੈ ਖੁਦਾ ਦਾ ਹੈ ਮਹੰਤ ਜੀ ਮੇਰੇ ਪਾਸ ਆ ਕੇ ਬੈਠਾ ਹੋਇਆ ਹੈ। ਤਿਹ ਆਹਾਰ ਨਹ ਆਇਓ ਸੁਆਮੀ। ਹੈ ਮਹੰਤ ਜੀ ਵੀ ਕੀ ਕਾਰਨ ਹੋਇਆ, ਮੈਨੂੰ ਉਹ ਭੋਜਨ ਦਾ ਥਾਲ ਪਰਮੇਸ਼ਰ ਖੁਦਾ ਵੱਲੋਂ ਆ ਗਿਆ ਹੈ, ਉਸ ਨੂੰ ਭੋਜਨ ਨਹੀਂ ਆਇਆ ਛਕਣ ਵਾਸਤੇ। ਤਿਸ ਬਿਨ ਹਮ ਕੋ ਖਾਵਨ ਖਾਮੀ। ਉਹਦੇ ਬਿਨਾ ਜਿਹੜਾ ਖਾਣਾ ਵੀ ਅਸੀਂ ਖਾ ਲਈਏ ਤਾਂ ਉਹਨੂੰ ਨਾ ਦਈਏ, ਇਹ ਤੇ ਬੜਾ ਇਹ ਸੁਆਮੀ ਜੀ ਕੱਚੀ ਗੱਲ ਹੈ, ਅਣਬਣ ਜੀ ਗੱਲ ਹੈ। ਇਹ ਚੰਗਾ ਨਹੀਂ ਹੈ ਵੀ ਜੇ ਅਸੀਂ ਲਾਗੇ ਖਾ ਲਈਏ ਤਾਂ ਭੁੱਖਾ ਰਹੇ। ਅਤੇ ਇਹ ਤਾਂ ਸਿਆਣੇ ਵੀ ਕਹਿੰਦੇ ਆ ਵੀ ਜਿਹੜਾ ਇਹ ਵੰਡ ਖਾਵੇ ਖੰਡ ਖਾਵੇ ਅਤੇ ਇਕੱਲਾ ਖਾਵੇ ਅਤੇ ਹੱਡ ਖਾਵੇ, ਕਿ ਜਿਹੜਾ ਵੰਡ ਕੇ ਖਾਂਦਾ ਉਹ ਤਾਂ ਖੰਡ ਹੀ ਖਾਂਦਾ ਮਾਨੋ, ਜਿਹੜੇ ਇਕੱਲੇ ਮੂੰਹ ਜਿਹਾ ਮਾਰ ਕੇ ਖਾ ਲੈਂਦੇ ਉਹ ਹੱਡ ਹੀ ਖਾਣ ਦੇ ਸਮਝ ਲਓ। ਜਿਵੇਂ ਕੁੱਤਾ ਹੱਡ ਨਹੀਂ ਨਾ ਛੱਡਦਾ ਅਤੇ ਲੁਕਾ ਕੇ ਖਾਂਦਾ ਰਹਿੰਦਾ, ਦੂਜੇ ਕੁੱਤਿਆਂ ਨਾਲ ਲੜੀ ਜਾਂਦਾ ਤਗੜਾ ਹੋ ਕੇ, ਉਹੀ ਕੰਮ ਹੈ। ਜਿਵੇਂ ਭਗਤ ਸੁਦਾਮਾ ਜੀ ਨੇ ਇੱਕ ਵਾਰ ਉਹ ਇੱਦਾਂ ਹੀ ਕੀਤਾ ਸੀ ਵੀ ਕ੍ਰਿਸ਼ਨ ਭਗਵਾਨ ਜੀ ਚੜ੍ਹ ਗਏ ਉੱਤੇ ਰੁੱਖ 'ਤੇ ਅਤੇ ਥੱਲੇ ਭਗਤ ਮਰਦਾਨਾ ਸੁਦਾਮਾ ਜੀ ਜਿਹੜੇ ਉਹ ਚਣੇ ਚਬਾਈ ਜਾਣ ਕਰੜ ਕਰਕੇ। ਕ੍ਰਿਸ਼ਨ ਭਗਵਾਨ ਜੀ ਕਹਿੰਦੇ ਵੀ ਸੁਦਾਮਾ ਕੀ ਛਕਦਾ ਹੈ? ਕਹਿੰਦੇ ਕੁਝ ਨਹੀਂ ਜੀ, ਆਹ ਠੰਡ ਬੜੀ ਹੈ ਦੰਦ ਭਿੜਚਦੇ ਹੈ। ਤਾਂ ਕ੍ਰਿਸ਼ਨ ਜੀ ਦੇ ਸਭ ਜਾਣਦੇ ਸਨ, ਕਹਿੰਦੇ ਜਾ ਉਹ ਦਲਿਦਰੀਆ ਆ ਖਾਣ ਪਿੱਛੇ ਝੂਠ ਮਾਰਦਾ। ਤਾਂ ਉਹ ਤਾਂ ਫਿਰ ਗਰੀਬੀ ਐਸੀ ਆ ਗਈ, ਨਾ ਧਰਮ ਅਰਥ ਕਾਮ ਮੋਹ ਆ ਸਭ ਮਾਇਆ, ਗਰੀਬੀ ਆ ਗਈ ਸੀ, ਮਾਇਆ ਚਲੀ ਗਈ ਸੀ। ਐਵੇਂ ਜਿਹੜਾ ਇਕੱਲਿਆਂ ਖਾਣਾ ਅਤੇ ਉਹ ਉੱਥੇ ਕੋਈ ਅਸਰ ਨਹੀਂ ਹੁੰਦਾ। ਅਤੇ ਇਸੇ ਤਰ੍ਹਾਂ ਹੁਣ ਇਹ ਮਹਾਤਮਾ ਹੈ, ਰੱਬ ਦੇ ਪਿਆਰੇ ਹੈ, ਉਹਨਾਂ ਨੂੰ ਪਤਾ ਇਹਨਾਂ ਗੱਲਾਂ ਦਾ, ਜਿਸ ਕਰਕੇ ਉਹ ਕਹਿ ਰਹੇ ਆ ਵੀ ਮਹੰਤ ਜੀ ਵੀ ਹੁਣ ਪੀਰ ਨੂੰ ਥਾਲ ਨਹੀਂ ਭੋਜਨ ਦਾ ਪਰਮੇਸ਼ਰ ਵੱਲੋਂ ਆਇਆ, ਸਾਨੂੰ ਆ ਗਿਆ। ਜੇ ਮੈਂ ਹੁਣ ਲਾਗੇ ਖਾਈ ਜਾਵਾਂ ਇਕੱਲਾ, ਇਹ ਤਾਂ ਬਹੁਤ ਕੱਚਾ ਹੀ ਹੈ ਕੰਮ, ਬਹੁਤ ਚੰਗੀ ਗੱਲ ਨਹੀਂ ਹੈ ਮੈਂ ਇਕੱਲਾ ਖਾ ਜਾਵਾਂ। ਨਿਜ ਆਇਸ ਕੋ ਅਬ ਫਰਮਾਵੋ। ਜਿਵੇਂ ਜੋ ਹੁਣ ਆਪ ਜੀ ਦੀ ਆਗਿਆ, ਹੁਣ ਮੈਨੂੰ ਤੁਸੀਂ ਫਰਮਾਓ ਕਹੋ। ਖਾਨ ਹੇਤ ਤਿਹ ਅਸਨ ਪਚਾਵੋ। ਵੀ ਇੰਝ ਮੈਂ ਤੇ ਕਹਿੰਦਾ ਵੀ ਤੁਸੀਂ ਖੁਦਾ ਦੇ ਅੱਗੇ ਬੇਨਤੀ ਕਰਕੇ ਉਸ ਪੀਰ ਦੀ ਛਕਣ ਵਾਸਤੇ ਜਿਹੜਾ ਭੋਜਨ ਪਹੁੰਚਾਓ ਜੀ। ਦੋਹਰਾ ਸੋਨਾ ਮਹੰਤ ਬੋਲਿਓ ਤਬੈ। ਸੁਣ ਕੇ ਜੋ ਮਹੰਤ ਹੈ ਤਦੋਂ ਬੋਲਿਆ, ਜੀਵ ਚਰਾਚਰ ਚਾਰ। ਐ ਵੀ ਸੇਵਕ ਸੁਣ, ਜਿਹੜੇ ਜੀਵ ਹੈ ਨਾ ਜੜ ਤੇ ਚੇਤਨ ਇੱਕ ਥਾਂ ਟਿਕੇ ਹੈ, ਰੁੱਖ ਪੱਥਰ ਆਦਿਕ, ਇਸੇ ਤਰ੍ਹਾਂ ਜਿਹੜੇ ਚੇਤਨ ਹੈ ਹਰਕਤਾਂ ਨਾਲ ਤੁਰੇ ਫਿਰਦੇ ਸਾਰੇ ਜੀਵ ਜੰਤੂ। ਸਭ ਕੋ ਪਤ ਕਰਤਾਰ ਹੈ। ਐ ਵੀ ਸੰਤੋ ਸਾਰਿਆਂ ਦਾ ਮਾਲਕ ਪਰਮੇਸ਼ਰ ਕਰਤਾਰ ਵਾਹਿਗੁਰੂ ਦਾਤਾ ਹੈ। ਦੇਤ ਸਗਲ ਆਹਾਰ। ਉਹ ਪਰਮਾਤਮਾ ਸਾਰਿਆਂ ਨੂੰ ਆਹਾਰ ਦੇ ਰਿਹਾ ਹੈ, ਉਹ ਸਾਰਿਆਂ ਨੂੰ ਭੋਜਨ ਦਿੰਦਾ ਹੈ, ਉਹ ਕਿਸੇ ਨੂੰ ਊਣ ਤਾਈ ਨਹੀਂ ਰੱਖਦਾ। ਉਹ ਤੇ ਮਾਲਕ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਜਲ ਮਹਿ ਜੰਤੁ ਪਾਇਨ ਤਿਨਾ ਪੇ ਰੋਜੀ ਦੇ। ਉੱਥੇ ਹਟ ਨਾ ਚੱਲੇ ਨਾ ਕੋ ਕਿਰਸ ਕਰੇ, ਸੌਦਾ ਮੋਲ ਨਾ ਹੋਵੇ। ਅਤੇ ਇਵੇਂ ਕਹਿੰਦੇ ਆ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਇਹ ਭਾਈ ਤੂੰ ਕਾਹਨੂੰ ਚਿੰਤਾ ਕਰਦਾ ਭੋਜਨ ਪ੍ਰਸ਼ਾਦੇ ਦੀ। ਉਹਦੇ ਪਰਮੇਸ਼ਰ ਜਲ ਦੇ ਵਿੱਚ ਜੰਤ ਪੈਦਾ ਕੀਤੇ ਆ ਅਤੇ ਉਹਨਾਂ ਨੂੰ ਵੀ ਰੋਜੀ ਦੇ ਰਿਹਾ ਉਹ ਮਾਲਕ। ਅਤੇ ਉੱਥੇ ਤਾਂ ਕੋਈ ਉੱਥੇ ਹਟ ਨਾ ਚੱਲੇ, ਉੱਥੇ ਹੱਟੀ ਤਾਂ ਨਹੀਂ ਨਾ ਕੋਈ ਚੱਲਦੀ ਵੀ ਸੌਦਾ ਕਿਤੇ ਲਿਆਉਂਦੇ ਜੀਵ, ਨਾ ਉੱਥੇ ਕੋਈ ਖੇਤੀ ਹੁੰਦੀ ਸਮੁੰਦਰ ਵਿੱਚ, ਨਾ ਸੌਦਾ ਮੂਲ ਨਾ ਹੋਵੇ, ਨਾ ਉੱਥੇ ਕੋਈ ਸੌਦਾ ਲੈਂਦਾ ਅਤੇ ਨਾ ਕੋਈ ਮੋਲੀ ਹੁੰਦਾ, ਫਿਰ ਵੀ ਪਰਮੇਸ਼ਰ ਦੇਈ ਜਾਂਦਾ ਹੈ। ਅਤੇ ਇਸ ਕਰਕੇ
ਵੀ ਜਿਹੜੇ ਵਿਚਾਰੇ ਜੀਵ ਹੀ ਸਾਹਮਣੇ ਤੁਰੇ ਫਿਰਦੇ ਉਹ ਕਿਵੇਂ ਭੁੱਖੇ ਰਹਿ ਸਕਦੇ ਆ। ਅਤੇ ਉਹ ਜਿਵੇਂ ਗੁਰੂ ਸਾਹਿਬ ਜੀ ਦੇ ਬਚਨ ਹੈ ਭਗਤ ਧੰਨਾ ਜੀ ਦੇ ਵੀ, ਇਹ ਪਾਖਣ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਾਹੀ, ਵੀ ਪੱਥਰਾਂ ਪਹਾੜਾਂ ਵਿੱਚ ਇਹੋ ਜਿਹੇ ਥਾਂ ਹੈ ਜਿੱਥੇ ਜੀਵ ਰਹਿੰਦੇ ਹੈ, ਬਾਹਰ ਨਿਕਲਣ ਵਾਸਤੇ ਉਹਨਾਂ ਦੀ ਕੋਈ ਥਾਂ ਨਹੀਂ ਹੈ, ਅਤੇ ਪਰਮੇਸ਼ਰ ਉਹਨਾਂ ਨੂੰ ਦੇ ਰਿਹਾ ਹੈ। ਅਤੇ ਮਹਾਤਮਾ ਜੀ ਉਹੀ ਕਹਿ ਰਹੇ ਵੀ ਸੇਵਕ ਸਾਰਿਆਂ ਦਾ ਮਾਲਕ ਪਰਮਾਤਮਾ ਕਰਤਾਰ ਹੈ, ਪਰਮੇਸ਼ਰ ਉਹ ਸਾਰਿਆਂ ਨੂੰ ਭੋਜਨ ਦਿੰਦਾ ਹੈ, ਦੇ ਰਿਹਾ ਹੈ। ਚੌਪਈ ਸਦਾ ਅਭੂਲ ਜਾਣੀਏ ਸੋ, ਇਸ ਕਰਕੇ ਉਸ ਪਰਮੇਸ਼ਰ ਨੂੰ ਸਦਾ ਹੀ ਅਭੁੱਲ ਜਾਣ ਲਈ, ਉਹ ਕਦੀ ਭੁੱਲਦਾ ਨਹੀਂ ਹੈ ਵੀ ਉਹ ਕਿਤੇ ਭੁਲੱਕੜ ਥੋੜ੍ਹੀ ਮਾਲਕ ਵੀ ਇਹਨੂੰ ਦੇਤਾ ਅਤੇ ਇਹਨੂੰ ਨਹੀਂ ਦੇਣਾ ਹੈ, ਉਹਦੇ ਸਭ ਜਾਣਦਾ ਹੈ। ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਾਹੀਂ, ਕਰਤਾ ਆਪ ਭੁੱਲ ਹੈ ਨਾ ਭੁੱਲੇ ਕਿਸ ਦਾ ਭੁਲਾਇਆ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਉਹ ਪਰਮੇਸ਼ਰ ਨੂੰ ਅਭੁੱਲ ਜਾਣ ਲਾ। ਇਸ ਕੇ ਵਿਖੇ ਅਵਗਿਆ ਕੋ, ਇਹ ਜਿਹਨੂੰ ਦਿੱਤਾ ਨਹੀਂ ਨਾ ਪੀਰ ਨੂੰ ਭੋਜਨ ਪਰਮੇਸ਼ਰ ਨੇ, ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਅਵਗਿਆ ਹੈ, ਕੋਈ ਨਿਰਾਦਰੀ ਇਹਨੇ ਕੀਤੀ ਹੈ, ਇਹਦੇ ਵਿੱਚ ਹੀ ਕੋਈ ਕਸੂਰ ਹੈਗਾ ਹੈ। ਕਿਉਂ ਚਿੰਤਾ ਤੂੰ ਮਨ ਮਹਿ ਠਾਨੇ, ਇਸ ਕਰਕੇ ਸੇਵਕ ਤੂੰ ਕੋਈ ਚਿੰਤਾ ਮਨ ਵਿੱਚ ਕਰਦਾ ਵੀ ਮੈਨੂੰ ਪਰਮੇਸ਼ਰ ਨੇ ਥਾਲ ਭੇਜ ਦਿੱਤਾ ਅਤੇ ਉਹਨੂੰ ਨਹੀਂ ਭੇਜਿਆ, ਇਹ ਤੈਨੂੰ ਨਹੀਂ ਚਿੰਤਾ ਕਰਨੀ ਚਾਹੀਦੀ। ਦੇਨਹਾਰ ਕੋ ਨਹਿ ਅਨਜਾਨੇ, ਉਹ ਦੇਣਹਾਰ ਤੋਂ ਨਹਿ ਅਣਜਾਣੇ, ਦੇਣ ਵਾਲਾ ਪਰਮੇਸ਼ਰ ਅਣਜਾਣਦੇ ਨਹੀਂ ਨਾ, ਉਹਦੇ ਬੇਸਮਝਤ ਨਹੀਂ ਨਾ ਵੀ ਇਹਨੂੰ ਨਹੀਂ ਮਿਲਿਆ ਅਤੇ ਇਹਨੂੰ ਦੇ ਦਿੱਤਾ ਹੈ, ਉਹਦੇ ਸਭ ਕੁਝ ਜਾਣਦਾ ਮਾਲਕ, ਘਟ ਘਟ ਕੇ ਅੰਤਰ ਕੀ ਜਾਣ ਅਤੇ ਸਭ ਤਰ੍ਹਾਂ ਜਾਣਦਾ ਪਰਮੇਸ਼ਰ। ਅਤੇ ਉਹ ਕਿਤੇ ਅਣਜਾਣ ਥੋੜ੍ਹੀ ਬੇਸਮਝ ਥੋੜ੍ਹੀ ਹੈ ਵੀ ਉਹਨੂੰ ਚੇਤਾ ਨਹੀਂ ਹੈ ਕਿਸੇ ਦਾ। ਤੁਮ ਟਿਕ ਆਇਓ ਖਈਆ ਜਾਏ, ਉਹ ਤਾਂ ਇਹਦੇ ਵਿੱਚ ਕੋਈ ਨਾ ਕੋਈ ਕਸੂਰ ਹੈ, ਉਹ ਪਰਮੇਸ਼ਰ ਦਾ ਇਹਨੇ ਕੋਈ ਨਾ ਕੋਈ ਇਹਨੇ ਔਗੁਣ ਕੀਤਾ ਜਿਹਦੇ ਕਰਕੇ ਇਸ ਪੀਰ ਨੂੰ ਨਹੀਂ ਮਿਲਿਆ। ਤੂੰ ਨਾ ਚਿੰਤਾ ਕਰ, ਤੂੰ ਜਿਹੜਾ ਤੇਰੇ ਕੋਲ ਆਇਆ ਨਾ ਥਾਲ, ਆਪਣਾ ਭੋਜਨ ਛਕ ਤੇ ਜਾ। ਤਿਹ ਪਹਿ ਆਵਹਿ ਆਸਨ ਸੋ ਖਾਏ, ਖਾਈਏ ਜਾਏ, ਜਾ ਕੇ ਆਪਣਾ ਭੋਜਨ ਛਕ, ਅਤੇ ਉਹਦੇ ਵਿੱਚ ਜਦੋਂ ਉਹਦੇ ਕੋਲ ਆ ਜਾਏਗਾ ਪਰਮੇਸ਼ਰ ਵੱਲੋਂ ਥਾਲ, ਅਤੇ ਉਹ ਆਪਣਾ ਖਾ ਲਏਗਾ। ਸੁਨ ਮਹੰਤ ਤੇ ਚੱਲ ਪੁਨ ਆਇਓ, ਸੁਣ ਕੇ ਆਪਣੇ ਮੁਖੀ ਮਹੰਤ ਸੰਤ ਤੋਂ ਚੱਲ ਕੇ ਇਹ ਜਿਹੜਾ ਸੰਤ ਸੀ ਫਿਰ ਆਪਣੇ ਆਸਣ 'ਤੇ ਹੀ ਆ ਗਿਆ। ਬੈਠਿਓ ਨਿਜ ਭੋਜਨ ਕੋ ਖਾਇਓ, ਆਪਣੇ ਆਸਣ 'ਤੇ ਬੈਠਿਆ ਹੈ ਅਤੇ ਜਿਹੜਾ ਭੋਜਨ ਥਾਲ ਵਿੱਚ ਪਰਮੇਸ਼ਰ ਵੱਲੋਂ ਰੋਜ਼ ਹੀ ਆਉਂਦਾ ਸੀ ਉਹ ਛਕ ਲਿਆ ਬਣਾ ਸਵਾਰ ਕੇ। ਦੋਹਰਾ ਨਿਸ ਜਲਾਲ ਭੂਖਾ ਰਹਿਓ, ਇੱਧਰ ਜਲਾਲਦੀਨ ਪੀਰ ਉਹ ਰਾਤ ਵਿਚਾਰਾ ਭੁੱਖਾ ਹੀ ਰਿਹਾ ਹੈ। ਮਨ ਮਹਿ ਕਰਤ ਵਿਚਾਰ, ਮਨ ਵਿੱਚੋਂ ਜੋ ਸੋਚਾਂ ਵਿਚਾਰਾਂ ਬੜੀਆਂ ਕਰਦਾ ਪੀਰ ਜਲਾਲ, ਆਵਤ ਇਹ ਦੇਖੇ ਨਹੀਂ, ਉਹ ਵਿਚਾਰਾਂ ਭੁੱਖ ਕਰਕੇ ਨਹੀਂ ਕਰਦਾ, ਕਿਉਂਕਿ ਪੀਰ ਦੇ ਵੀ ਬਹੁਤ ਬੜੇ ਹੈ। ਇਹ ਕੀ ਮਨ 'ਚ ਵਿਚਾਰਦਾ ਹੈ ਵੀ ਕਹਿੰਦਾ ਵੀ ਮਨਾ ਜਦੋਂ ਆਏ ਹੈ ਸੰਤ ਇੱਥੇ ਆਪਣੇ ਮਕਾਨਾਂ ਮੰਦਰਾਂ ਸੇਜਾਂ ਉੱਤੇ, ਉਦੋਂ ਨਹੀਂ ਆਏ ਨਹੀਂ ਦੇਖੇ, ਜਾਵਤ ਲਿਓ ਨਿਹਾਰ, ਅਤੇ ਕੁੱਲ ਚਲੋ ਕੋਈ ਨਹੀਂ ਜੇ ਆਉਂਦੇ ਨਹੀਂ ਨਾ ਦੇਖੇ, ਆ ਹੁਣ ਜਦੋਂ ਜਾਣਗੇ ਉਦੋਂ ਤਾਂ ਜ਼ਰੂਰ ਹੀ ਦੇਖਾਂਗਾ ਵੀ ਕਿੱਧਰ ਜਾਂਦੇ ਹੈ। ਚੌਪਈ ਕਿਹ ਮਗ ਜਾਵਹਿ ਕਰਤ ਵਿਚਾਰੇ, ਐਵੇਂ ਵਿਚਾਰ ਕਰਦਾ ਹੈ ਜਲਾਲਦੀਨ ਪੀਰ ਵੀ ਕਿਸ ਰਸਤੇ ਵੀ ਜਾਂਦੇ ਕਿੱਧਰ ਜਾਣਗੇ। ਜਾਗਿਓ ਜਾਮਨ ਨੈਣ ਪਸਾਰੇ, ਐਵੇਂ ਖੁੱਲ੍ਹੇ ਨੇਤਰ ਪਸਾਰ ਕੇ ਨਾ ਚੰਗੀ ਤਰ੍ਹਾਂ ਖੋਲ੍ਹ ਕੇ ਵੀ ਸੌਣਾ ਨਹੀਂ ਅੱਜ ਰਾਤ, ਸਾਰੀ ਰਾਤ ਹੀ ਜਲਾਲਦੀਨ ਪੀਰ ਜਾਗਿਆ। ਹੋਵਨ ਲੱਗੀ ਜਬ ਹੈ ਪਨ ਭੋਰਾ, ਜਦੋਂ ਹੀ ਉਹ ਸਵੇਰ ਰਾਤ ਬਤੀਤ ਹੋਈ ਹੈ ਅਤੇ ਸਵੇਰ ਹੋਣ ਲੱਗੀ ਹੈ। ਕੀਨੋ ਆਨ ਗੁੜਾਕਾ ਜੋਰਾ, ਗੁਰੂ ਨਾਨਕ ਸਾਹਿਬ ਵੱਲੋਂ ਹੀ ਇਹ ਸਾਰਾ ਕੌਤਕ ਹੋ ਰਿਹਾ ਸੀ, ਜਿਸ ਕਰਕੇ ਜਲਾਲਦੀਨ ਪੀਰ ਵਿਚਾਰਾ ਸਾਰੀ ਰਾਤ ਹੀ ਸੁੱਤਾ ਨਹੀਂ ਹੈ। ਜਦੋਂ ਸਵੇਰ ਹੋਣ ਲੱਗੀ ਬੜੀ ਗੂੜੀ ਨੀਂਦ ਜ਼ੋਰ ਨਾਲ ਆਉਣਾ ਕੀਤੀ। ਗਏ ਸੰਤ ਸਦ ਭਈ ਨਾ ਕੋ, ਐਵੇਂ ਸੰਤ ਪੀਰ ਜੀ ਨੂੰ ਨੀਂਦ ਆ ਗਈ, ਸੌਂ ਗਏ। ਸੁੱਤੇ ਪਿਆ ਕੋਈ ਖਬਰਸਾਰ ਨਾ ਆਪਣੀ ਰਹੀ,
ਤੇ ਸੰਤ ਸਾਧੂ ਜਿਹੜੇ ਸਾਰੇ ਚਲੇ ਗਏ। ਪਾਛੇ ਤੇ ਬਿਸਮਾਦਿਓ ਸੋ। ਤੇ ਜਦੋਂ ਸੰਤ ਚਲੇ ਗਏ ਪਿੱਛੋਂ ਇਹ ਪੀਰ ਬੜਾ ਆਸ਼ਚਰਜ ਹੋਇਆ ਵੀ ਵੇਖੋ ਕਮਾਲ ਹੋ ਗਈ ਆ, ਹੱਦ ਹੋ ਗਈ ਹੈ ਵੀ ਕੱਲ੍ਹ ਸੋਚਿਆ ਵੀ ਵੇਖਾਂਗੇ ਕਿੱਥੋਂ ਦੇ ਤਾਂ ਨਹੀਂ ਦੇਖਿਆ ਗਿਆ, ਜੇ ਹੁਣ ਸੋਚਿਆ ਵੀ ਜਾਂਦੇ ਕਿਧਰ ਵੇਖਾਂਗਾ ਹੁਣ ਵੇਖਿਆ ਨਹੀਂ ਗਿਆ, ਨੀਂਦ ਹੀ ਆ ਗਈ ਹੈ। ਬੜਾ ਆਸ਼ਚਰਜ ਹੋਇਆ ਵੀ ਇਹ ਕੀ ਖੁਦਾ ਦਾ ਕੌਤਕ ਹੈ। ਦਿਵਸ ਚੜੇ ਸਾਗਰ ਕੇ ਤੀਰਾ। ਐਵੇਂ ਦਿਨ ਚੜ੍ਹਦਿਆਂ ਹੀ ਫਿਰ ਉਸੇ ਸਮੁੰਦਰ ਦੇ ਕਿਨਾਰੇ ਤੇ ਬੈਠਿਓ ਪਿਖਾ ਤਮਾਸੋ ਪੀਰਾ। ਪੀਰ ਜੀ ਬੈਠੇ ਹੋਏ ਸਨ ਤੇ ਕੀ ਦੇਖਿਆ ਕਿ ਫਿਰ ਬੜਾ ਤਗੜਾ ਤਮਾਸ਼ਾ ਦੇਖਿਆ ਹੁੰਦਾ। ਹੋਵਤ ਬਰਖਾ ਸਾਗਰ ਮਾਹੀ। ਉਹ ਕੀ ਕੌਤਕ ਵੇਖਿਆ ਪਰਮੇਸ਼ਰ ਖੁਦਾ ਦਾ ਵੀ ਸਮੁੰਦਰ ਦੇ ਵਿੱਚ ਬੜੀ ਭਾਰੀ ਬਰਖਾ ਹੋ ਰਹੀ ਸੀ। ਅਨੰਤ ਥਾਨ ਦੇਖਿਆ ਤਬ ਨਾਹੀ। ਜਦੋਂ ਨੇ ਹੋਰ ਇੱਧਰ ਉੱਧਰ ਥਾਂ ਵੇਖੇ ਕਿਤੇ ਮੀਂਹ ਨਹੀਂ ਪੈਣ ਡਿਆ। ਸੁੱਕੇ ਥਾਂ ਵੇਖਿਆ, ਮਾਰੂ ਥਲ ਜਿੱਥੇ ਖੇਤੀਆਂ ਬੀਜੀਆਂ ਉਹ ਕਿਤੇ ਥਾਂ ਨਹੀਂ ਪੈ ਰਿਹਾ, ਲੋਕ ਤਰਾਸ ਤਰਾਸ ਕਰ ਰਹੇ। ਪਰ ਉਹ ਜਿੱਥੇ ਮੀਂਹ ਦੀ ਲੋੜ ਉੱਥੇ ਮੀਂਹ ਨਹੀਂ ਪੈਣ ਡਿਆ ਤੇ ਸਮੁੰਦਰ ਵਿੱਚ ਬੜੀ ਭਾਰੀ ਵਰਖਾ ਹੁੰਦੀ ਪਈ ਸੀ। ਸੈਯਦ ਗੁਣ ਕਾ ਗਿਰਾ ਉਚਾਰੀ। ਜਲਾਲਦੀਨ ਪੀਰ ਸੈਯਦ ਨੇ ਇਹ ਵਿਚਾਰ ਕੇ ਵੀ ਇਹ ਕੀ ਹੋ ਰਿਹਾ ਤੇ ਫਿਰ ਬਚਨ ਕਿਹਾ ਪਰਮੇਸ਼ਰ ਖੁਦਾ ਨੂੰ, ਜਹਾਂ ਨਾ ਚਾਹੀਅਤ ਬਰਖਤ ਬਾਰੀ। ਉਹ ਖੁਦਾ ਤੂੰ ਨਿਆਰਾ ਹੀ ਹੈ ਵੀ ਜਿੱਥੇ ਮੀਂਹ ਚਾਹੀਦਾ ਨਹੀਂ ਹੈ, ਪਾਣੀ ਚਾਹੀਦਾ ਨਹੀਂ ਹੈ, ਉੱਥੇ ਤੂੰ ਭਾਰੀ ਮੀਂਹ ਪਾਈ ਜਾਂਦਾ ਹੈ, ਜਿੱਥੇ ਚਾਹੀਦਾ ਉੱਥੇ ਤੂੰ ਪਾਉਂਦਾ ਨਹੀਂ ਹੈ। ਜਾਚਤ ਹੈ ਨਰ ਜਹਯਤ ਪ੍ਰੀਤੀ। ਐ ਖੁਦਾ ਵੇਖਣਾ ਹੈ ਜਿੱਥੇ ਬੜੀ ਪ੍ਰੀਤੀ ਨਾਲ ਲੋਕ ਤੇਰੇ ਪਾਸੋਂ ਮੀਂਹ ਮੰਗ ਰਹੇ ਐ, ਕਹਾ ਨਾ ਬਰਖਤ ਕਿਆ ਹਰੀਤੀ। ਉੱਥੇ ਤੇ ਤੂੰ ਵਰਖਾ ਕਰਦਾ ਨਹੀਂ ਹੈ, ਉੱਥੇ ਪੈਂਦਾ ਨਹੀਂ ਹੈ। ਆ ਕੀ ਖੁਦਾ ਤੂੰ ਉਲਟੀ ਰੀਤੀ ਧਾਰਨ ਕੀਤੀ ਹੋਈ ਹੈ। ਅਸ ਕਹਤ ਬਰਖਾ ਹਟ ਗਈ। ਹੁਣ ਜਦੋਂ ਹੀ ਇਸ ਤਰ੍ਹਾਂ ਪੀਰ ਨੇ ਕਿਹਾ ਹੈ ਕਹਿੰਦੇ ਵਰਖਾ ਮੀਂਹ ਫਿਰ ਹਟ ਗਿਆ, ਵਰਖਾ ਹਟ ਗਈ। ਮਨ ਮਹਿ ਗੁਣ ਹੈ ਭਈ ਜਿਉ ਠਈ। ਮਨ ਵਿੱਚ ਵਿਚਾਰਦਾ ਹੈ ਜਲਾਲਦੀਨ ਪੀਰ, ਸੂਖਮ ਜੀ ਹਉਮੈ ਆ ਗਈ ਹੈ ਵੀ ਜਾਂ ਤੇ ਮੈਂ ਜੋ ਕਹਿਣਾ ਉਹੀ ਹੋ ਜਾਂਦਾ ਹੈ। ਅੱਜ ਜਿਵੇਂ ਸੋਚਿਆ ਸੀ ਉਸੇ ਤਰ੍ਹਾਂ ਹੀ ਗੱਲ ਹੋ ਗਈ ਵੀ ਪਹਿਲਾਂ ਕਿਹਾ ਹੈ ਵੀ ਜਹਾਜ਼ ਕਾਹਨੂੰ ਡੁਬੋ ਰਿਹਾ ਖੁਦਾ, ਇਹ ਕੀ ਕਰ ਰਿਹਾ ਤੇ ਜਹਾਜ਼ ਨਹੀਂ ਡੁੱਬਿਆ ਹੈ। ਹੁਣ ਕਿਹਾ ਵੀ ਤੂੰ ਮੀਂਹ ਕਿਉਂ ਪਾ ਰਿਹਾ, ਇੱਥੇ ਲੋੜ ਨਹੀਂ ਤੇ ਮੀਂਹ ਹਟ ਗਿਆ ਹੈ। ਐਵੇਂ ਵਿਚਾਰਿਆ ਵੀ ਜੋ ਮੈਂ ਕਹਿਣਾ ਪੂਰਾ ਹੀ ਹੋ ਰਿਹਾ ਹੈ। ਸਾਂਝ ਭਈ ਤਬ ਹਿਰਦੇ ਵਿਚਾਰੇ। ਜਦੋਂ ਇੱਧਰੋਂ ਸ਼ਾਮ ਹੋ ਗਈ ਹੈ ਤੇ ਹਿਰਦੇ ਵਿੱਚ ਵਿਚਾਰ ਕੀਤੀ। ਆਵਤ ਸੰਤਨ ਲਿਓ ਨਿਹਾਰੇ। ਤੇ ਕਹਿੰਦਾ ਵਿਚਾਰ ਕੀਤੀ ਵੀ ਹੁਣ ਸੰਤ ਆਉਣਗੇ, ਹੁਣ ਅੱਜ ਤੇ ਨਹੀਂ ਮੈਂ ਰਹਿਣ ਦਿਆਂਗਾ, ਆਉਂਦੇ ਹੋਏ ਸੰਤਾਂ ਨੂੰ ਦੇਖ ਹੀ ਲਿਆਵਾਂਗਾ ਵੀ ਕਿੱਧਰੋਂ ਆਉਂਦੇ ਆ। ਜਾਤੇ ਤੋਂ ਦੇਖੇ ਨਹਿ ਭੋਰਾ। ਜਾਤੇ ਤੋਂ ਕਹਿੰਦਾ ਵੀ ਚਲੋ ਸਵੇਰੇ ਜਦੋਂ ਗਏ ਸਨ ਜਾਂਦਿਆਂ ਤੇ ਮੈਂ ਸਵੇਰੇ ਨਹੀਂ ਦੇਖ ਸਕਿਆ, ਚਲੋ ਨਹੀਂ ਦੇਖੇ ਕੋਈ ਗੱਲ ਨਹੀਂ, ਹੁਣ ਆਉਂਦਿਆਂ ਤੇ ਜ਼ਰੂਰ ਹੀ ਦੇਖਾਂਗਾ। ਸਮੋ ਜਾਨ ਗਮਨਿਓ ਤੇ ਠੋਰਾ। ਸ਼ਾਮ ਦਾ ਸਮਾਂ ਜਾਣ ਕੇ ਤੇ ਉਸੇ ਥਾਂ ਜਿੱਥੇ ਪਲੰਘ ਡੱਠੇ ਹੋਏ ਸੀ ਰਾਤ ਬਤੀਤ ਕੀਤੀ ਸੀ ਆਪ ਉੱਥੇ ਚਲਾ ਗਿਆ ਜਲਾਲਦੀਨ ਪੀਰ। ਜਬ ਹੈ ਜਾਏ ਕਾ ਮੰਦਰ ਦੇਖੇ। ਜਦੋਂ ਹੀ ਜਾ ਕੇ ਫਿਰ ਉਹ ਮੰਦਰ ਮਕਾਨ ਦੇਖੇ ਅੰਦਰੋਂ। ਆਗੇ ਆਏ ਸੰਤ ਬਸੇਖੇ। ਉਹ ਰੱਬ ਵੱਲੋਂ ਹੀ ਪਹਿਲਾਂ ਹੀ ਕਹਿੰਦੇ ਜਿਹੜੇ ਸੰਤ ਮਹਾਤਮਾ ਪਰਮੇਸ਼ਰ ਦੇ ਪਿਆਰੇ ਬਹੁਤ ਹੀ ਅੰਦਰ ਆਏ ਹੋਏ ਦੇਖੇ ਐ। ਤੇਜ ਤਿਨਹਿ ਕੋ ਸਹਿ ਨਾ ਸਕਾਈ। ਉਹਨਾਂ ਸੰਤਾਂ ਦੇ ਮਸਤਕ ਦਾ ਇੰਨਾ ਤੇਜ ਪ੍ਰਤਾਪ ਹੈ ਜਲਾਲਦੀਨ ਪੀਰ ਕੋ ਸਹਾਰਿਆ ਨਹੀਂ ਜਗਿਆ, ਉਹ ਸਹਾਰ ਹੀ ਨਹੀਂ ਸਕ ਰਿਹਾ। ਬਹੁਤ ਤਿੱਖਾ ਤੇਜ ਪ੍ਰਤਾਪ, ਉਹ ਚਿਹਰੇ ਬੜੇ ਜਲਾਲ ਨਾਲ ਭਖਦੇ ਐ। ਬੈਠ ਗਇਓ ਪਿਖ ਪੂਰਬ ਥਾਈ। ਐਵੇਂ ਪੀਰ ਜਲਾਲਦੀਨ ਹੈਰਾਨ ਜੇ ਹੋ ਕੇ ਉਹਨਾਂ ਸੰਤਾਂ ਮਹੰਤਾਂ ਨੂੰ ਦੇਖ ਕੇ ਜਿੱਥੇ ਪਹਿਲੀ ਥਾਂ ਵਾਲੇ ਸਥਾਨ 'ਤੇ ਬੈਠਾ ਸੀ ਜਿਸ ਸੰਤ ਕੋਲ, ਫਿਰ ਉੱਥੇ ਬੈਠ ਗਏ। ਤਿਨ ਕੋ ਉਤਰਿਓ ਤਬ ਹਾਰੇ। ਜਦੋਂ ਜਾ ਕੇ ਬੈਠੇ ਆ ਉਸੇ ਵੇਲੇ ਕਹਿੰਦੇ ਖੁਦਾ ਵੱਲੋਂ ਪਰਮੇਸ਼ਰ ਦੀ ਸ਼ਕਤੀ ਵੱਲੋਂ ਹੀ ਉਹਨਾਂ ਮਹਾਤਮਾ ਸੰਤਾਂ ਦੇ ਵਾਸਤੇ ਜਿਹੜੇ ਥਾਲ ਹੈ ਭੋਜਨ ਦੇ ਫਿਰ ਉਤਰੇ ਹਨ। ਇਹ ਭੁੱਖ ਬਹੁ ਬਦਨ ਨਿਹਾਰੇ। ਜਲਾਲਦੀਨ ਪੀਰ ਦੇ ਅੱਗੇ ਫਿਰ ਕੋਈ ਥਾਲ ਨਹੀਂ ਆਇਆ,
ਤੇ ਬਹੁਤ ਭੁੱਖਾ ਹੈ। 2 ਦਿਨ ਹੋ ਗਏ ਭੁੱਖ ਦੇ ਨਾਲ, ਤੇ ਮੁੱਖ ਵੇਖਦਾ, ਇੱਧਰ ਉੱਧਰ ਦੇਖਦਾ ਸਾਰੇ ਸੰਤਾਂ ਨੂੰ। ਜਿਹ ਟਿਗ ਬੈਠਿਆ ਹੋਇਆ ਸ਼ੁੱਧਵੰਤਾ, ਜਿਸ ਕੋਲ ਜਲਾਲਦੀਨ ਪੀਰ ਬੈਠਿਆ ਹੋਇਆ ਸੀ, ਉਹਨੇ ਵਿਚਾਰਿਆ ਵੀ ਇਹ ਫਕੀਰ ਕੱਲ੍ਹ ਦਾ ਵੀ ਬੜਾ ਭੁੱਖਾ, ਅੱਜ ਵੀ ਭੁੱਖਾ, ਐਂ ਬਹੁਤ ਭੁੱਖ ਲੱਗੀ ਹੋਵੇਗੀ ਇਸ ਨੂੰ। ਤਿਸ ਕੋ ਪਿਖ ਵਿਆਪੀ ਤਿਹ ਚਿੰਤਾ, ਜਲਾਲਦੀਨ ਪੀਰ ਨੂੰ ਵੇਖ ਕੇ ਉਸ ਸੰਤ ਨੂੰ ਬੜੀ ਚਿੰਤਾ ਹੋਈ ਵੀ ਹੱਦ ਹੋ ਗਈ, ਵੀ ਕੱਲ੍ਹ ਵੀ ਇਹਦੇ ਅੱਗੇ ਥਾਲ ਨਹੀਂ ਆਇਆ, ਅੱਜ ਵੀ ਨਹੀਂ ਆਇਆ, ਕੱਲ੍ਹ ਵੀ ਚੁੱਪ ਕਰਕੇ ਆ ਕੇ ਖਾ ਲਿਆ, ਅੱਜ ਵੀ ਉਸੇ ਤਰ੍ਹਾਂ ਹੀ ਖਾ ਲਾਂਗੇ, ਤੇ ਬੜੀ ਮਾੜੀ ਗੱਲ ਹੈ, ਚਿੰਤਾ ਹੋਈ ਹੈ। ਇਹ ਕਾਲ ਕੋ ਭੁੱਖਾ ਇਹੀ, ਜਿਵੇਂ ਵਿਚਾਰਿਆ ਵੀ ਜੋ ਜਲਾਲਦੀਨ ਪੀਰ ਹੈ ਵਿਚਾਰਾ ਜਿਹੜਾ 2 ਦਿਨਾਂ ਦਾ ਭੁੱਖਾ ਹੈ। ਅਸਨ ਨਾ ਆਇਓ ਪੀ ਗਤ ਕੇਹੀ, ਤੇ ਇਹ ਵੀ ਕਿਹੜੀ ਹਾਲਤ ਹੋ ਗਈ, ਕੀ ਗਤੀ ਹੋ ਗਈ, ਜਿਹੜਾ ਭੋਜਨ ਇਹਦੇ ਕੋਲ ਅੱਜ ਫੇਰ ਨਹੀਂ ਆਇਆ। ਨਿਜ ਮਹੰਤ ਟਿਗ ਜਲ ਕਰ ਗਇਓ, ਉਹ ਮਹਾਤਮਾ ਫੇਰ ਆਪਣੇ ਮਹੰਤ ਜਿਹੜਾ ਸੁਆਮੀ ਹੈ, ਇਹਨਾਂ ਦਾ ਸਾਰਿਆਂ ਦਾ ਮਾਲਕ ਮੁਖੀ ਸੰਤ ਹੈ, ਉਹਦੇ ਕੋਲ ਚੱਲ ਕੇ ਆ ਗਿਆ। ਸਰਬ ਬਿਰਤਾਤ ਸੁਨਾਵਤ ਭਇਓ, ਸਾਰਾ ਪ੍ਰਸੰਗ ਜਿਹੜਾ ਫੇਰ ਸੁਣਾ ਵੀ ਮਹੰਤ ਜੀ ਅੱਜ ਫੇਰ ਉਹੀ ਕਲਾ ਵਰਤ ਗਈ, ਉਹ ਫਕੀਰ ਫੇਰ ਆ ਕੇ ਬੈਠ ਗਿਆ ਸਾਡੇ ਕੋਲ, ਤੇ ਜਿਹੜਾ ਭੋਜਨ ਵਾਲਾ ਥਾਲ ਮੈਨੂੰ ਦੇ ਆ ਗਿਆ, ਉਹਨੂੰ ਫੇਰ ਨਹੀਂ ਆਇਆ। ਰਿਖੀ ਕੇਸ ਤਪ ਬਚਨ ਉਚਾਰੇ, ਰਿਖੀਆਂ ਦਾ ਜੋ ਮਾਲਕ ਇਹਨਾਂ ਸੰਤਾਂ ਦਾ ਜੋ ਮੁਖੀ ਸੰਤ ਸੀ, ਉਹਨੇ ਤਦੋਂ ਬਚਨ ਉਚਾਰ ਕੇ ਕਿਹਾ, ਮੋਟ ਗਤਾ ਕੋ ਆਨ ਹਕਾਰੇ, ਐ ਵੀ ਸੇਵਕਾ ਤੂੰ ਉਹ ਜਿਹੜੇ ਫਕੀਰ ਹੈ ਨਾ, ਜਿਨ੍ਹਾਂ ਨੂੰ ਭੋਜਨ ਨਹੀਂ ਮਿਲਦਾ 2 ਦਿਨ ਹੋ ਗਏ, ਉਹਨਾਂ ਨੂੰ ਤੂੰ ਸਾਡੇ ਕੋਲ ਸੱਦ ਕੇ ਲਿਆ। ਸੰਤ ਜਲਾਲ ਪਾਸ ਚੱਲ ਆਇਓ, ਐਵੇਂ ਉਹ ਸੰਤ ਨੇ ਜਲਾਲ ਪੀਰ ਪਾਸ ਗਿਆ ਹੈ ਵੀ ਤੁਹਾਨੂੰ ਐਵੇਂ ਸਾਡੇ ਮਹਾਤਮਾ ਜੀ ਬੁਲਾ ਰਹੇ ਹੈ, ਜਿਸ ਕਰਕੇ ਜਲਾਲਦੀਨ ਪੀਰ ਆ ਗਿਆ ਵਾ ਉਹਨਾਂ ਨਾਲ ਹੀ। ਨਿਜ ਮਹੰਤ ਆਗੇ ਪਹੁੰਚਾਇਓ, ਸੰਤ ਉਹ ਜਿਹੜਾ ਸੰਤ ਜਲਾਲ ਪਾਸ ਚੱਲ ਆਇਓ, ਉਹ ਸੰਤ ਜਲਾਲਦੀਨ ਪੀਰ ਦੇ ਪਾਸ ਚੱਲ ਕੇ ਆ ਗਿਆ, ਤੇ ਆਪ ਕਿਹਾ ਵੀ ਤੁਹਾਨੂੰ ਬੇਨਤੀ ਹੈ ਮਹਾਤਮਾ ਜੀ, ਇਹਦੇ ਸਾਡੇ ਮਹਾਤਮਾ ਜੀ ਪਾਸ ਆਓ, ਬੁਲਾ ਰਹੇ ਤੁਹਾਨੂੰ। ਆਪਣੇ ਮਹੰਤ ਪਾਸ ਲੈ ਗਿਆ, ਅੱਗੇ ਪਹੁੰਚਾ ਦਿੱਤਾ ਇਸ ਸੰਤ ਨੇ। ਅੱਗੇ ਪੜ੍ਹ, ਟਿਗ ਬਿਠਾਏ ਕਾ ਗਿਰਾ ਅਲਾਈ, ਉਹ ਮਹਾਤਮਾ ਜੀ ਨੇ ਜਲਾਲਦੀਨ ਪੀਰ ਨੂੰ ਪਾਸ ਬਿਠਾ ਕੇ ਬਚਨ ਕਿਹਾ, ਕਿਤ ਤੇ ਆਇਓ ਕਿਤ ਤੂੰ ਜਾਈ, ਐ ਮਹਾਤਮਾ ਜੀ ਕਿੱਧਰੋਂ ਤੁਸੀਂ ਆਏ ਹੋਏ ਹੋ ਤੇ ਕਿੱਥੇ ਤੁਸੀਂ ਜਾਓਗੇ। ਕੋ ਅਪਰਾਧ ਕੀਨਤਾ ਭਾਰਾ, ਐ ਫਕੀਰ ਜੀ ਤੁਸਾਂ ਨੇ ਵੀ ਕਿਹੜਾ ਇੰਨਾ ਭਾਰੀ ਅਪਰਾਧ ਗੁਨਾਹ ਕੀਤਾ ਹੈ, ਬੀਤੇ ਦਵੈ ਦਿਨ ਬਿਨਾ ਆਹਾਰਾ, ਜਿਸ ਕਰਕੇ ਵੀ ਖੁਦਾ ਦੀ ਨਾਰਾਜ਼ੀ ਹੋ ਗਈ ਤੁਹਾਡੇ ਤੇ 2 ਦਿਨ ਹੋ ਗਏ ਤੁਸੀਂ ਬਿਨਾਂ ਭੋਜਨ ਤੋਂ ਹੀ ਤੁਹਾਡਾ ਸਮਾਂ ਬਤੀਤ ਹੋ ਗਿਆ, ਤੁਹਾਡੇ ਅੱਗੇ ਥਾਲ ਨਹੀਂ ਆਏ, 2 ਦਿਨ ਹੋ ਗਏ, ਕੀ ਅਪਰਾਧ ਗੁਨਾਹ ਕੀਤਾ ਤੁਸਾਂ ਨੇ। ਦੋਹਰਾ ਸੁਨ ਜਲਾਲ ਬੋਲਿਓ ਤਬ, ਸੁਣ ਕੇ ਉਹ ਮਹਾਤਮਾ ਸੰਤਾਂ ਤੋਂ ਪੀਰ ਜਲਾਲਦੀਨ ਬੋਲਿਆ, ਦੂਰ ਦੇਸ਼ ਤੇ ਆਏ, ਐ ਸੁਆਮੀ ਜੀ ਦਰਵੇਸ਼ ਜੀ ਮੈਂ ਤੇ ਬਹੁਤ ਦੂਰ ਦੇਸ਼ ਤੋਂ ਆਇਆ, ਬਹਾਵਲਪੁਰ ਰਿਆਸਤ ਤੋਂ। ਕਛੂ ਖਤਾ ਨਹਿ ਮੈਂ ਕਰੀ, ਤੁਸੀਂ ਕਹਿੰਦੇ ਵੀ ਕੀ ਅਪਰਾਧ ਕੀਤਾ ਹੈ ਸੰਤ ਜੀ, ਮੈਂ ਤੇ ਕੋਈ ਭੁੱਲ ਨਹੀਂ ਕੀਤੀ, ਮੈਂ ਤੇ ਕੋਈ ਗੁਨਾਹ ਨਹੀਂ ਕੀਤਾ। ਕਰਤ ਜੇ ਦੇਤ ਬਤਾਏ, ਜੇ ਮੈਂ ਗੁਨਾਹ ਕਰਦਾ ਖਤਾ ਕਰਦਾ ਤੁਹਾਨੂੰ ਦੱਸ ਹੀ ਦਿੰਦਾ, ਤੁਹਾਡੇ ਤੋਂ ਕੀ ਲੁਕਾਉਣਾ ਸੀ, ਮੈਂ ਤੇ ਕੋਈ ਗੁਨਾਹ ਨਹੀਂ ਕੀਤਾ। ਚੌਪਈ ਕਹਿਆ ਮਹੰਤ ਸੋ ਵੱਡ ਕਰਤਾਰਾ, ਮਹੰਤ ਜੀ ਨੇ ਕਿਹਾ ਵੀ ਐ ਪੀਰ ਜੀ ਉਹ ਜੋ ਕਰਤਾਰ ਪਰਮੇਸ਼ਰ ਹੈ ਨਾ, ਬੜਾ ਵੱਡਾ ਦਾਤਾ ਹੈ, ਤਾਂ ਕੋ ਦੋਸ ਨਾ ਬਨਹ ਉਚਾਰਾ, ਕਿ ਉਸ ਨੂੰ ਦੋਸ਼ੀ ਠਹਿਰਾ ਦਈਏ, ਉਹਨੂੰ ਕਹਿ ਦਈਏ ਵੀ ਉਹਦੇ ਵਿੱਚ ਦੋਸ਼ ਗੁਨਾਹ ਹੈ, ਇਹ ਕਹਿੰਦੇ ਵੀ ਕਹਿਣਾ ਨਹੀਂ ਬਣਦਾ। ਅਪਰਾਧ ਤੋਹੇ ਮੈਂ ਕੋਈ, ਇਹ ਤੁਸੀਂ ਆਪਣੇ ਅੰਦਰ ਨਿਰਣਾ ਕਰੋ ਵੀ ਤੁਹਾਡੇ ਕੋਈ ਨਾ ਕੋਈ ਅਪਰਾਧ ਗੁਨਾਹ ਹੋਇਆ ਹੈ, ਭੋਜਨ ਬਿਨ ਬੀਤੇ ਦਿਨ ਦੋਈ, ਜਿਸ ਕਰਕੇ ਖੁਦਾ ਦੀ ਨਾਰਾਜ਼ੀ ਹੋਈ ਹੈ, ਤੇ ਭੋਜਨ
ਛਕੇ ਤੋਂ ਬਿਨਾਂ ਹੀ ਤੁਹਾਨੂੰ ਭੋਜਨ ਨਹੀਂ ਪਹੁੰਚਿਆ, ਭੋਜਨ ਤੋਂ ਬਿਨਾਂ ਹੀ ਤੁਹਾਡੇ 2 ਦਿਨ ਬਤੀਤ ਹੋ ਗਏ, ਲੰਘ ਗਏ ਐ। ਆਗੇ ਭੁੱਖਾ ਰਹਿਓ ਕਿ ਨਾਹੀ, ਐ ਪੀਰ ਜੀ ਤੁਸੀਂ ਪਹਿਲਾਂ ਵੀ ਕਦੀ ਭੁੱਖੇ ਰਹੇ ਹੋ ਕਿ ਜਾਂ ਨਹੀਂ ਰਹੇ? ਪਾਛਲ ਬਿਤੀ ਬੈਸ ਕੇ ਮਾਹੀ, ਕਿ ਜਿੰਨੀ ਵੀ ਤੁਹਾਡੀ ਪਿਛਲੀ ਉਮਰ ਬਤੀਤ ਹੋ ਗਈ, ਲੰਘ ਗਈ ਹੈ, ਵੀ ਉਸ ਉਮਰ ਵਿੱਚ ਤੁਸੀਂ ਭੁੱਖੇ ਰਹੇ ਹੋ ਪਹਿਲਾਂ। ਸੁਨ ਜਲਾਲ ਬੋਲਿਓ ਹਉ ਕੈਸੇ, ਸੁਣ ਕੇ ਉਹ ਸੰਤਾਂ ਤੋਂ ਜਲਾਲਦੀਨ ਪੀਰ ਬੋਲਿਆ ਵੀ ਮਹਾਤਮਾ ਸੰਤ ਜੀ ਮੈਂ ਤੇ ਕਿਸੇ ਤਰ੍ਹਾਂ ਵੀ ਨਹੀਂ। ਭੁੱਖਾ ਰਹਿਓ ਨਾ ਮੈਂ ਕਬ ਐਸੇ, ਇਸ ਤਰ੍ਹਾਂ ਤੇ ਮੈਂ ਕਦੀ ਵੀ ਭੁੱਖਾ ਨਹੀਂ ਅੱਜ ਤੱਕ ਰਿਹਾ। ਜੋ ਮੈਂ ਹੋਸ਼ ਸੰਭਾਲੀ ਜਦੋਂ ਦਾ ਮੈਂ ਐਵੇਂ ਸੰਸਾਰ 'ਤੇ ਆਇਆ, ਮੈਂ ਤੇ ਕਦੀ 2 ਦਿਨ ਭੁੱਖਾ ਨਹੀਂ ਰਿਹਾ। ਇਸ ਤਰ੍ਹਾਂ ਜਿਵੇਂ ਇੱਥੇ ਆ ਕੇ ਭੁੱਖ ਕੱਟੀ ਹੈ 2 ਦਿਨ। ਕਾਲ ਤੀਰ ਸਾਗਰ ਕੇ ਬੈਸਾ, ਮੈਂ ਤੇ ਕੋਈ ਗੁਨਾਹ ਕੀਤਾ ਨਹੀਂ, ਸਗੋਂ ਉਪਕਾਰ ਕੀਤਾ। ਵੀ ਉਹ ਕੀ ਗੱਲ ਹੋਈ ਸੀ ਵੀ ਕੱਲ ਸਮੁੰਦਰ ਦੇ ਕਿਨਾਰੇ ਤੇ ਮੈਂ ਬੈਠਾ ਹੋਇਆ ਸਾਂ, ਕੌਤਕ ਤਹਾਂ ਬਿਲੋਕਿਓ ਐਸਾ, ਤੇ ਉੱਥੇ ਬੈਠਿਆਂ ਹੀ ਇੱਕ ਐਸਾ ਆਸ਼ਚਰਜੀ ਕੌਤਕ ਦੇਖਿਆ। ਇੱਕ ਜਹਾਜ਼ ਬੂਡਨ ਲਗ ਭਾਰਾ, ਇੱਕ ਜਿਹੜਾ ਜਹਾਜ਼ ਸੀ ਬੜਾ ਵੱਡਾ ਸਾਰਾ ਡੁੱਬਣ ਲੱਗਾ ਸੀ। ਨਰ ਨ ਕਰੀ ਬਹੁ ਬੀਚ ਪੁਕਾਰਾ, ਜਿਹੜੇ ਜਹਾਜ਼ ਵਿੱਚ ਲੋਕ ਬੈਠੇ ਹੋਏ ਸੀ ਉਹਨਾਂ ਨੇ ਬੜੀ ਉੱਚੀ ਉੱਚੀ ਵਿੱਚ ਪੁਕਾਰਾਂ ਕੀਤੀਆਂ, ਫਰਿਆਦਾਂ ਕੀਤੀਆਂ ਵੀ ਸਾਨੂੰ ਬਚਾ ਲਓ, ਨਹੀਂ ਤਾਂ ਅਸੀਂ ਡੁੱਬ ਕੇ ਮਰ ਜਾਵਾਂਗੇ। ਦੋਹਰਾ ਮੈਂ ਬਿਲੋਕ ਕੈ ਅਸ ਕਹੀ, ਉਸ ਵੇਲੇ ਮਹਾਤਮਾ ਜੀ ਜਿਵੇਂ ਦੋ ਲੋਕ ਡੁੱਬ ਰਹੇ ਸਨ, ਚੀਕਾਂ ਮਾਰ ਰਹੇ ਸਨ, ਉਹਨਾਂ ਨੂੰ ਵੇਖ ਕੇ ਮੈਂ ਇਸ ਤਰ੍ਹਾਂ ਗੱਲ ਕਹੀ, ਕਿਆ ਤੁਮ ਕਰਤ ਖੁਦਾਏ, ਏ ਖੁਦਾ ਤੂੰ ਨਿਆਰਾ ਹੀ ਆ ਕੀ ਕਰਦਾ ਲੋਕਾਂ ਨਾਲ। ਤਨ ਬੰਦੀ ਯੁਤ ਸਭ ਮਰਹਿ, ਵੀ ਆ ਜਦੋਂ ਆ ਵਿਚਾਰੇ ਜਿਹੜੇ ਖੂਹ ਦੇ ਇੱਥੇ ਬੈਠੇ ਆ ਜਹਾਜ਼ ਵਿੱਚ, ਜੇ ਸਾਰੇ ਮਰ ਗਏ ਤੇ ਇਹਨਾਂ ਦੇ ਸਰਬੰਧੀ ਆ ਸਾਰੇ ਉਹ ਵੀ ਰੋ ਰੋ ਕੇ ਮਰ ਜਾਣਗੇ। ਲੇਵਹੁ ਇਨਹ ਬਚਾਏ, ਤੂੰ ਇਹਨਾਂ ਨੂੰ ਬਚਾ ਲਾ, ਆਪੇ ਇਹਨਾਂ ਦੇ ਸੰਬੰਧੀ ਬਚ ਜਾਣਗੇ, ਇਹਨਾਂ ਦੀ ਤੂੰ ਰੱਖਿਆ ਕਰ ਖੁਦਾ। ਚੌਪਈ ਤਬ ਨਹਿ ਬੁੱਢਿਓ ਕਲ ਅਸ ਭਈ, ਐ ਸੰਤ ਜੀ ਤਦੋਂ ਕਹਿੰਦੇ ਉਹ ਜਹਾਜ਼ ਜਦੋਂ ਮੈਂ ਇਸ ਤਰ੍ਹਾਂ ਕਿਹਾ ਵੀ ਖੁਦਾ ਤੂੰ ਇਹ ਕੀ ਕਰ ਰਿਹਾ, ਤੈਨੂੰ ਚਾਹੀਦਾ ਹੀ ਨਹੀਂ ਐਵੇਂ ਕਰਨਾ, ਕਾਹਨੂੰ ਲੋਕਾਂ ਨੂੰ ਮਾਰਦਾ ਹੈ, ਤਦੋਂ ਕਹਿੰਦੇ ਜਹਾਜ਼ ਡੁੱਬਿਆ ਹੀ ਨਹੀਂ ਹੈ, ਕੱਲ ਇਸ ਤਰ੍ਹਾਂ ਦੀ ਗੱਲ ਹੋਈ ਸੀ। ਆਜ ਬਿਲੋਕੀ ਬਿਦ ਮੈਂ ਨਹੀਂ, ਅੱਜ ਮੈਂ ਫੇਰ ਸਮੁੰਦਰ ਦੇ ਕਿਨਾਰੇ ਤੇ ਜਾ ਬੈਠਾ ਤੇ ਨਵੀਂ ਜਿਹੜੀ ਵਿਧੀ ਹੋਈ ਦੇਖੀ। ਸਿੰਧ ਬਿਖੈ ਬਰਖਾ ਬਹ ਹੋਈ, ਇਸ ਸਮੁੰਦਰ ਦੇ ਵਿੱਚ ਜਿਹੜੀ ਹੈ ਬਰਖਾ ਮੀਂਹ ਬਹੁਤਾ ਹੀ ਪੈ ਰਿਹਾ ਸੀ, ਬਰਖਾ ਬਹੁਤੀ ਹੋ ਰਹੀ ਸੀ। ਛਿਤ ਪਰ ਬਾਰ ਨਹਿ ਕੋਈ, ਐਵੇਂ ਉਹ ਵੀ ਸਮੁੰਦਰ ਵਿੱਚ ਜਿੱਥੇ ਲੋੜ ਨਹੀਂ ਉੱਥੇ ਤੇ ਪਾਣੀ ਵਰੀ ਜਾ ਰਿਹਾ ਸੀ, ਧਰਤੀ ਉੱਪਰ ਇੱਕ ਬੂੰਦ ਵੀ ਨਹੀਂ ਸੀ ਪੈ ਰਹੀ, ਖੇਤੀਆਂ ਸੁੱਕ ਰਹੀਆਂ, ਮਾਰੂ ਥਲ ਤੇ ਗਰਮੀ ਪੈ ਰਹੀ, ਜੀਵ ਤਰਾਸ ਕਰ ਰਹੇ ਸਨ, ਉੱਥੇ ਇੱਕ ਬੂੰਦ ਨਹੀਂ ਸੀ ਪੈ ਰਹੀ। ਇਹ ਬਿਲੋਕ ਕਾ ਮੈਂ ਅਸ ਭਾਖਾ, ਤੇ ਉਸ ਐਸੇ ਕੌਤਕ ਨੂੰ ਵੇਖ ਕੇ ਵੀ ਸਮੁੰਦਰ 'ਚ ਲੋੜ ਨਹੀਂ, ਪਾਣੀ ਪਈ ਜਾ ਰਿਹਾ ਹੈ, ਤੇ ਮੈਂ ਇਸ ਤਰ੍ਹਾਂ ਕਿਹਾ ਫਿਰ ਤਹਾ ਨ ਬਰਖਾ ਜਹਾਂ ਬਲਾਖਾ, ਖੁਦਾ ਜਿੱਥੇ ਇੱਛਾ ਹੈ ਚਾਹੀਦਾ ਪਾਣੀ ਉੱਥੇ ਤੇ ਤੂੰ ਵਰਦਾ ਨਹੀਂ, ਉੱਥੇ ਤੇ ਤੂੰ ਮੀਂਹ ਨਹੀਂ ਪਾਉਂਦਾ। ਬਿਨਾ ਚਾਹੇ ਸਾਗਰ ਕੇ ਮਾਹੀ, ਬਿਨਾ ਚਾਹਨਾ ਹੈ ਵੀ ਸਮੁੰਦਰ ਵਿੱਚ ਕਿਹਨੂੰ ਚਾਹਨਾ ਪਾਣੀ ਦੀ ਪਹਿਲਾਂ ਹੀ ਬਹੁਤ ਹੈ, ਤੇ ਤੂੰ ਸਮੁੰਦਰ ਦੇ ਵਿੱਚ ਮੀਂਹ ਸੁੱਟੀ ਜਾਨਾ ਦੱਬ ਕੇ। ਬਰਖਾ ਬਾਦ ਚਾਹੇ ਕਛ ਨਾਹੀ, ਕਿਸੇ ਨੂੰ ਕੋਈ ਚਾਹਨਾ ਨਹੀਂ ਹੈ, ਇੱਛਾ ਨਹੀਂ ਹੈ, ਵਿਅਰਥੀ ਪਾਣੀ ਪਾਈ ਜਾਣਾ, ਭਰਿਆਂ ਨੂੰ ਭਰੀ ਜਾਣਾ, ਤੂੰ ਖੁਦਾ ਨਿਆਰਾ ਹੀ ਨਾ, ਵੱਖਰੇ ਹੀ ਹੈ ਨਾ ਕੰਮ ਤੇਰੇ। ਕਿਆ ਖੁਦਾਏ ਹਰੀਤ ਸੋ ਕਈ, ਇਹ ਖੁਦਾ ਕੀ ਵੀ ਤੂੰ ਜਿਹੜੀ ਰੀਤੀ ਉਲਟੀ ਕੀਤੀ ਹੋਈ ਐਵੇਂ ਚਾਹੀਦਾ ਨਹੀਂ ਨਾ, ਤੈਨੂੰ ਤੇ ਬਾਹਰ ਪਾਉਣਾ ਚਾਹੀਦਾ ਮੀਂਹ। ਅਸ ਕਹਤੇ ਬਰਖਾ ਹਟ ਗਈ, ਇਸ ਤਰ੍ਹਾਂ ਜਦੋਂ ਮੈਂ ਕਹਿ ਰਿਹਾ ਸਾਂ ਮੇਰੇ ਕਹਿੰਦਾ ਹੀ ਸੰਤ ਜੀ ਉਹ ਮੀਂਹ ਦੀ ਜਿਹੜੀ ਵਰਖਾ ਹਟ ਗਈ। ਅਸਮੰਜਸ ਮੈਂ ਦਵਿਦ ਜਾਨੀ, ਕਿਉਂਕਿ ਮੈਂ ਦੋਵੇਂ ਵਿਧੀਆਂ ਹੀ ਅਣਬਣ ਜੀਆਂ ਜਾਣੀਆਂ ਸੀ ਵੀ ਇੱਕ ਦੇ ਜਹਾਜ਼ ਡੁੱਬ ਰਿਹਾ ਸੀ, ਲੋਕ ਵਿਚਾਰੇ ਚੀਕ ਚਿਹਾੜਾ ਕਰ ਰਹੇ ਸਨ, ਤੇ ਦੂਸਰਾ ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ ਜਿੱਥੇ ਕੋਈ ਲੋੜ ਨਹੀਂ ਹੈ। ਇਵੇਂ 2 ਵਿਧੀਆਂ ਢੰਗ ਤਰੀਕੇ ਗੱਲਾਂ ਮੈਂ
ਅਯੋਗ ਅਣਬਣ ਜੀਆਂ ਹੀ ਜਾਣੀਆਂ। ਸੋ ਨਿਰਵਾਰ ਦੀਨ ਕਹਿ ਤੇ ਬਾਣੀ। ਉਹ ਮੈਂ ਬਾਣੀ ਕਹਿ ਕੇ ਦੋਵੇਂ ਨਿਵਾਰ ਦਿੱਤੀਆਂ, ਹਟਾ ਦਿੱਤੀਆਂ ਕਿ ਖੁਦਾ ਤੂੰ ਐਵੇਂ ਨਾ ਕਰ, ਐਵੇਂ ਨਹੀਂ ਚਾਹੀਦਾ, ਇੰਜ ਕਰ। ਸਨ ਮਹੰਤ ਬੋਲਿਓ ਤਿਹ ਕਾਲਾ। ਉਸ ਵੇਲੇ ਜਿਹੜਾ ਇਹ ਮਹੰਤ ਸੀ, ਬੜਾ ਪਰਮੇਸ਼ਰ ਦਾ ਪਿਆਰਾ ਸੀ, ਭਾਣੇ ਵਿੱਚ ਚੱਲਣ ਵਾਲਾ, ਜਲਾਲਦੀਨ ਪੀਰ ਤੋਂ ਸੁਣ ਕੇ ਬੋਲਿਆ, ਤੂੰ ਤੋ ਬੇਮੁਖ ਹੈ ਵਿਸਾਲਾ। ਉਹ ਤੂੰ ਤੇ ਕੋਈ ਪੀਰ ਪੂਰ ਨਹੀਂ ਹੈਗਾ, ਤੂੰ ਤੇ ਬੜਾ ਤਗੜਾ ਵੀ ਬੇਮੁਖ ਹੈ ਰੱਬ ਦੇ ਘਰ ਦਾ। ਇਹਾਂ ਨਾ ਥਾਨ ਰਹਿਣ ਕੋ ਤੇਰਾ। ਇੱਥੇ ਰਹਿਣ ਦਾ ਤੇਰਾ ਕੋਈ ਥਾਂ ਟਿਕਾਣਾ ਨਹੀਂ ਹੈ, ਤੂੰ ਇੱਥੋਂ ਚਲਿਆ ਜਾ, ਨਿਕਲ ਇੱਥੋਂ। ਅਬ ਚਲ ਜਾਓ ਨਿਕਲ ਬਿਨ ਦੇਰਾ। ਬੜਾ ਦੇਰੀ ਤੋਂ ਤੂੰ ਇੱਥੋਂ ਨਿਕਲ ਜਾ, ਇੱਥੇ ਅਸੀਂ ਤੇ ਪਰਮੇਸ਼ਰ ਖੁਦਾ ਦਾ ਹੁਕਮ ਵਿੱਚ ਰਜਾ ਵਿੱਚ ਰਹਿੰਦੇ ਹਾਂ, ਅਤੇ ਤੂੰ ਉਹਦੇ ਹੁਕਮ ਨੂੰ ਮੋੜਦਾ। ਤੇਰੇ ਵਾਸਤੇ ਇੱਥੇ ਕੋਈ ਰਹਿਣ ਨੂੰ ਥਾਂ ਨਹੀਂ, ਤੂੰ ਨਿਕਲ ਜਾ ਇੱਥੋਂ ਬਿਨਾਂ ਦੇਰੀ ਤੋਂ। ਦੁਰਮਤ ਬਿਖਾ ਤੋਹੇ ਮਨ ਭੀਨਾ। ਕੋਈ ਪੀਰ ਨਹੀਂ, ਤੂੰ ਤੇ ਖੁਦਾ ਵੱਲੋਂ ਬੇਮੁਖ ਹੋਇਆ ਪਿਆ, ਖੋਟੀ ਮੱਤ ਵਿੱਚ ਤੇਰਾ ਤੇ ਮਨ ਭਿੱਜਾ ਹੈ ਜਲਾਲਦੀਨ। ਆਪਣਾ ਜਨਮ ਅਕਾਰਥ ਕੀਨਾ। ਆਪਣਾ ਜਿਹੜਾ ਤੇਰਾ ਮਨੁੱਖਾ ਜਨਮ ਤੂੰ ਪਰਮੇਸ਼ਰ ਦੀ ਰਜਾ ਵਿੱਚ ਰਹਿ ਕੇ ਸਫਲ ਕਰਨਾ ਸੀ, ਉਹਦੇ ਹੁਕਮ ਨੂੰ ਮੋੜਦਾ, ਅੱਗੋਂ ਤਰਕਾਂ ਕਰਦਾ। ਤੇਰਾ ਤੇ ਜਿਹੜਾ ਜਨਮੀ ਅਕਰਥ ਕਰ ਲਿਆ, ਤੂੰ ਨਿਸਫਲ ਹੀ ਕਰ ਲਿਆ ਹੈ। ਕੰਪ ਉਠਿਓ ਸਨ ਤਬ ਹੈ ਜਲਾਲ। ਤਦੋਂ ਜੋ ਜਲਾਲਦੀਨ ਪੀਰ ਸੀ, ਉਹ ਸੰਤਾਂ ਤੋਂ ਸੁਣ ਕੇ ਐ ਕੰਬ ਹੀ ਉੱਠਿਆ ਹੈ। ਬੋਲਿਓ ਹਾਥ ਬੰਦ ਤਿਹ ਕਾਲ। ਉਸ ਵੇਲੇ ਦੋਵੇਂ ਹੱਥ ਜੋੜ ਕੇ ਬੋਲਿਆ ਜਲਾਲਦੀਨ ਪੀਰ, ਕੌਣ ਵਗਿਆ ਮੋਤੇ ਹੋਈ। ਐ ਸੰਤ ਜੀ ਤੁਸੀਂ ਕਹਿੰਦੇ ਹੋ ਵੀ ਮੈਂ ਬੜਾ ਬੇਮੁਖ ਹਾਂ, ਇੱਥੋਂ ਛੱਡ ਕੇ ਚਲਾ ਜਾ, ਵੀ ਨਿਕਲ ਜਾ, ਤੇਰੇ ਵਾਸਤੇ ਕੋਈ ਥਾਂ ਨਹੀਂ ਹੈ। ਮਹਾਤਮਾ ਜੀ ਮੈਨੂੰ ਦੱਸੋ, ਮੇਰੇ ਕੋਲ ਕਿਹੜੀ ਨਰਾਦਰੀ ਵਗਿਆ ਹੋਈ ਹੈ। ਦਿਓ ਬਤਾਏ ਸੰਤ ਜੀ ਸੋਈ। ਸੰਤ ਜੀ ਉਹ ਜਿਹੜੀ ਵਗਿਆ ਹੋਈ ਹੈ, ਤੁਸੀਂ ਸਭ ਤਰ੍ਹਾਂ ਨਾਲ ਜਾਣਕਾਰ ਹੋ, ਮੈਨੂੰ ਦੱਸ ਦਿਓ। ਤਬ ਮਹੰਤ ਅਸਵਾ ਕੋ ਚਰਈ। ਤਦੋਂ ਮਹਾਤਮਾ ਜੀ ਨੇ ਜਲਾਲਦੀਨ ਕੋ ਸੁਣ ਕੇ ਐਵੇਂ ਬਚਨ ਕਿਹਾ, ਪਰਮੇਸ਼ਰ ਨਿਜ ਭਾਣਾ ਕਰਈ। ਉਹ ਜਲਾਲਦੀਨ ਜੋ ਪਰਮੇਸ਼ਰ ਹੈ ਨਾ, ਉਹ ਆਪਣੇ ਭਾਣੇ ਅਨੁਸਾਰ ਹੀ ਸਭ ਕੁਝ ਕਰਦਾ ਹੈ। ਉਹ ਜੋ ਕੁਝ ਵੀ ਕਰਦਾ ਆਪਣੇ ਹੁਕਮ ਵਿੱਚ ਹੀ ਕਰਦਾ ਹੈ। ਦੋਹਰਾ ਤਾਂ ਜੋ ਹਟਾਇਓ ਤਾਹੇ ਕੋ। ਪਰ ਤੂੰ ਜੋ ਉਸ ਮਾਲਕ ਦਾ ਹੁਕਮ ਹਟਾਇਆ ਵੀ ਜਹਾਜ਼ ਨਾ ਡੁੱਬਣ ਦੇ, ਮੀਂਹ ਨਾ ਪਾ, ਪਨ ਮਨ ਮਹਿ ਹਰ ਖਾਏ। ਫਿਰ ਮਨ ਵਿੱਚ ਤੂੰ ਬੜਾ ਖੁਸ਼ ਹੁੰਨਾ ਵੀ ਮੈਂ ਜੋ ਕਹਿੰਦਾ ਉਹ ਪੂਰਾ ਕਰਕੇ ਰੱਖ ਦਿੰਦਾ ਹਾਂ। ਕਹਿਓ ਹਮਾਰੋ ਅਬ ਚੱਲਾ। ਐਵੇਂ ਤੂੰ ਵਿਚਾਰਦਾ ਵੀ ਮੇਰਾ ਕਿਆ ਹੋਇਆ, ਹੁਣ ਖੁਦਾ ਦੇ ਅੱਗੇ ਚੱਲਦਾ ਹੈ, ਜਿਵੇਂ ਮੈਂ ਕਹਿੰਦਾ ਖੁਦਾ ਉਸੇ ਤਰ੍ਹਾਂ ਹੀ ਚੱਲਦਾ, ਮੇਰੇ ਉਂਗਲਾਂ 'ਤੇ ਨੱਚਦਾ ਹੈ। ਹਿਰਦਾ ਰਹਿਓ ਗਰਬਾਏ। ਤੇ ਹਿਰਦੇ ਵਿੱਚ ਤੂੰ ਹੰਕਾਰ ਕਰਦਾ ਵੀ ਖੁਦਾ ਗਲਤ ਕਰਦਾ, ਤੇ ਮੈਂ ਦੱਸਦਾ ਵੀ ਤੂੰ ਐਵੇਂ ਨਹੀਂ ਐਵੇਂ ਕਰ। ਆਪਣੇ ਵੱਲੋਂ ਤੂੰ ਹੰਕਾਰ ਕਰਦਾ ਵੀ ਖੁਦਾ ਨੂੰ ਪਤਾ ਨਹੀਂ ਹੈ, ਉਹ ਪਰਮੇਸ਼ਰ ਅਣਜਾਣ ਹੈ, ਵੀ ਉਹਨੂੰ ਪਤਾ ਹੀ ਨਹੀਂ ਵੀ ਕਿੱਥੇ ਮੀਂਹ ਪਾਉਣਾ ਕਿੱਥੇ ਨਹੀਂ ਪਾਉਣਾ, ਉਹਨੂੰ ਪਤਾ ਹੀ ਨਹੀਂ ਵੀ ਕਿਹਨੂੰ ਡੁਬੋਣਾ ਤੇ ਕਿਹਨੂੰ ਤਾਰਨਾ। ਇਹ ਤੂੰ ਦੱਸਦਾ ਹੈ ਵੀ ਹਾਂ ਵੀ ਖੁਦਾ ਇਹਨਾਂ ਨੂੰ ਡੋਬਣਾ, ਹਾਂ ਤੂੰ ਦੱਸਦਾ ਵੀ ਇੱਥੇ ਮੀਂਹ ਨਾ ਪਾ, ਇੱਥੇ ਲੋੜ ਨਹੀਂ, ਉੱਥੇ ਲੋੜ ਹੈ। ਐਵੇਂ ਆਪਣਾ ਤੂੰ ਕਿਹਾ ਹੋਇਆ ਸਮਝਦਾ ਵੀ ਮੇਰਾ ਕਿਹਾ ਹੋਇਆ ਚੱਲਦਾ। ਹੁਣ ਮੇਰੀ ਖੁਦਾ ਨਾਲ ਸਿੱਧੀ ਗੱਲਬਾਤ ਹੈ। ਐਵੇਂ ਹਿਰਦੇ ਵਿੱਚ ਹੰਕਾਰ ਕਰਦਾ, ਆਪਣੇ ਆਪ ਨੂੰ ਵੱਡਾ ਸਮਝਦਾ ਜਲਾਲਦੀਨ। ਚੌਪਈ ਤਿਹ ਕੋ ਕਰਿਓ ਮਿਟਾਵਨ ਲਾਗਾ। ਉਹ ਜਲਾਲਦੀਨ ਤੂੰ ਤੇ ਐਸਾ ਬੇਮੁਖ ਹੈ, ਉਹ ਪਰਮੇਸ਼ਰ ਦਾ ਜਿਹੜਾ ਹੁਕਮ ਹੈ ਉਹਨੂੰ ਮਿਟਾਉਣ ਲੱਗ ਪਿਆ ਹੈ, ਮੋੜਨ ਲੱਗ ਪਿਆ ਹੈ। ਭਾ ਸਰੀਕ ਤੂੰ ਤਾਹੇ ਕੋ ਭਾਗਾ। ਉਹ ਖੋਟੇ ਭਾਗਾਂ ਵਾਲਿਆ, ਤੂੰ ਪਰਮੇਸ਼ਰ ਦਾ ਖੁਦਾ ਦਾ ਸ਼ਰੀਕ ਹੋ ਗਿਆ, ਬਰਾਬਰੀ ਕਰਦਾ, ਤਰਕਾਂ ਕਰਦਾ, ਆਪਣੇ ਆਪ ਨੂੰ ਸਮਝਦਾ ਵੀ ਮੈਂ ਸਿਆਣਾ ਤੇ ਉਹ ਅਣਜਾਣ ਹੈ, ਉਹਨੂੰ ਪਤਾ ਨਹੀਂ ਹੈ ਵੀ ਕਿਹਨੂੰ ਕੀ ਕਰਨਾ ਹੈ। ਤੇ ਤੂੰ ਮੱਤ ਦੇਣਾ ਆਪਣੀ ਵੱਲੋਂ, ਇਹ ਸਮਝਦਾ ਵੀ ਖੁਦਾ ਨੇ ਗਲਤੀ ਕੀਤੀ ਤੇ ਤੂੰ ਸੁਧਾਰਦਾ ਹੈ। ਕੇਤਕ ਜੀਵਨ ਪਾਪ ਜੇ ਕੀਨੇ। ਤੈਨੂੰ ਪਤਾ ਨਹੀਂ ਹੈ ਵੀ ਆ ਜਿਹੜੇ ਜੀਵਾਂ ਨੇ ਕਿੰਨੇ ਪਾਪ ਕੀਤੇ ਜਨਮਾਂ ਜਨਮਾਂ ਵਿੱਚ ਤਗੜਿਆਂ ਹੋ ਕੇ। ਤਿਨ ਕੋ ਦੁੱਖ ਤਾਂ ਦੇਨ ਨਾ ਦੀਨੇ। ਪਰਮਾਤਮਾ ਨੇ ਤੇ ਉਹਨਾਂ ਨੂੰ ਦੁੱਖ ਦੇਣਾ ਸੀ, ਡੁਬੋ ਕੇ ਸਮੁੰਦਰ ਵਿੱਚ ਮਾਰਨਾ ਸੀ, ਤੇ ਤੂੰ ਵੀ ਉਹਨਾਂ ਨੂੰ ਦੁੱਖ ਦੇਣ ਤੋਂ ਜਿਹੜਾ ਡੱਕਦਾ ਰੋਕਦਾ, ਖੁਦਾ ਨੂੰ ਕਹਿਣਾ ਵੀ ਖੁਦਾ ਤੂੰ ਨਿਆਰਾ ਹੀ ਹੈ, ਕਿਹੋ ਜਿਹੇ ਕੰਮ ਕਰਦਾ, ਤੈਨੂੰ ਚਾਹੀਦਾ ਨਹੀਂ ਹੈ।
ਉਹ ਧੀਆਂ ਪੁੱਤ ਛੱਡ ਕੇ ਸਮੁੰਦਰ ਵਿੱਚ ਆਏ ਹੋਏ ਤੂੰ ਡੁਬੋਣ 'ਤੇ ਲੱਗਾ ਹੋਇਆ। ਉਹ ਪਰਮਾਤਮਾ ਨੇ ਤਾਂ ਉਹਨਾਂ ਨੂੰ ਦੁੱਖ ਦੇਣਾ ਸੀ ਉਹਨਾਂ ਦੇ ਕੀਤੇ ਹੋਏ ਪਾਪਾਂ ਦਾ, ਤੇ ਤੂੰ ਪਰਮੇਸ਼ਰ ਨੂੰ ਐਵੇਂ ਫਲ ਦੇਣ ਨਹੀਂ ਦਿੰਦਾ। ਕਿਤਕ ਸਿੰਧ ਮਹਿ ਜੀਵ ਜੇ ਜੀਵਤ। ਇੱਕ ਤੇ ਤੂੰ ਇਹ ਗਲਤੀ ਕੀਤੀ ਵੀ ਪਰਮੇਸ਼ਰ ਦਾ ਹੁਕਮ ਮੋੜਦਾ ਹੈ, ਉਹ ਸਿੱਖਿਆ ਦੇਣਾ ਪਰਮਾਤਮਾ ਨੂੰ। ਦੂਸਰਾ ਵੀ ਕਿੰਨੇ ਸਮੁੰਦਰ ਵਿੱਚ ਜੀਵ ਹੈ ਜਿਹੜੇ ਜੀਂਦੇ, ਸੋ ਸਾਗਰ ਜਲ ਖਾਰ ਨਾ ਪੀਵਤ। ਜਲਾਲਦੀਨ ਉਹ ਸਮੁੰਦਰ ਦਾ ਜਿਹੜਾ ਪਾਣੀ ਹੈ ਬੜਾ ਖਾਰਾ ਹੈ, ਕੌੜਾ ਹੈ, ਨਮਕ ਵਾਲਾ, ਉਹ ਜੀਵ ਵਿਚਾਰੇ ਪੀਂਦੇ ਨਹੀਂ ਉਸ ਪਾਣੀ ਨੂੰ। ਤਿਨ ਕੇ ਹੇਤ ਪਰਤ ਜੋ ਬਾਰਾ। ਤੇ ਉਹਨਾਂ ਵਾਸਤੇ ਜੋ ਪਰਮੇਸ਼ਰ ਖੁਦਾ ਵਰਖਾ ਕਰਕੇ ਪਾਣੀ ਪਾ ਰਿਹਾ ਸੀ, ਪਾਣੀ ਸੁੱਟ ਰਿਹਾ ਸੀ, ਸੋ ਕਹਤਾ ਦੀਨੋ ਨਿਰਵਾਰਾ। ਉਹ ਤੂੰ ਕਹਿ ਕੇ ਨਿਰਵਾਰ ਕਰਤਾ ਹੈ, ਹਟਾ ਦਿੱਤਾ, ਮੋੜ ਦਿੱਤਾ ਖੁਦਾ ਦੇ ਹੁਕਮ ਨੂੰ। ਵੀ ਉਹ ਖੁਦਾ ਤੂੰ ਕੀ ਕਰਦਾ ਵੀ ਮੀਂਹ 'ਚ ਤੇ ਪਹਿਲਾਂ ਸਮੁੰਦਰ 'ਚ ਤੇ ਪਹਿਲਾਂ ਹੀ ਬੜਾ ਪਾਣੀ ਹੈ, ਇਹ ਕਿਹਨੂੰ ਤੂੰ ਦੇ ਰਿਹਾ? ਤੇ ਇਹ ਕਹਿ ਕੇ ਤੂੰ ਹਟਾ ਦਿੱਤਾ ਤੇ ਕਹਿੰਦਾ ਵੀ ਬਾਹਰ ਮੀਂਹ ਪਾ। ਤਿਨ ਕੇ ਪਾਪਨ ਦੁਖ ਫਲ ਜੋ। ਉਹਨਾਂ ਦੇ ਜਿਹੜੇ ਜੀਵਾਂ ਨੇ ਮਾੜੇ ਪਾਪ ਕੀਤੇ, ਉਹਨਾਂ ਦਾ ਜਿਹੜਾ ਦੁੱਖ ਦਾ ਫਲ ਮਿਲਣਾ ਸੀ ਉਹਨਾਂ ਨੂੰ। ਉਹਨਾਂ ਜੇ ਤਿਖਤ ਜੀਵ ਹੋਆ ਸੋ। ਉਹਨਾਂ ਦਾ ਪਾਪ ਉਹਨਾਂ ਨੂੰ ਮਿਲਣਾ ਸੀ ਤੇ ਤੂੰ ਉੱਥੇ ਵੀ ਆਪਣੀ ਅਣਬਣ ਕਰਦਾ ਹੈ। ਫਿਰ ਜਿਹੜੇ ਜੀਵ ਵਿਚਾਰੇ ਪਾਣੀ ਬਿਨਾਂ ਧਿਆਏ ਹੈ, ਜਿਨ੍ਹਾਂ ਵਾਸਤੇ ਪਰਮੇਸ਼ਰ ਮੀਂਹ ਪਾ ਰਿਹਾ ਸੀ ਸਮੁੰਦਰ ਵਿੱਚ, ਤੇ ਤੂੰ ਵੀ ਕਹਿ ਕੇ ਹਟਾ ਦਿੱਤਾ ਹੈ। ਤੇ ਇਵੇਂ ਇਹ ਜਿਹੜੇ ਜੀਵ ਵਿਚਾਰੇ ਧਿਆਏ ਮਰਨਗੇ, ਉਹਨਾਂ ਨੂੰ ਜਿਹੜਾ ਦੁੱਖ ਹੋਊਗਾ, ਉਹਨੇ ਦੁੱਖ ਦਾ ਜਿਹੜਾ ਫਲ ਹੋਏਗਾ। ਸਭ ਕੋ ਭਾਰ ਭਰਿਓ ਘਰ ਤੇਰੇ। ਜਦੋਂ ਜੀਵ ਧਿਆਏ ਮਰਨਗੇ, ਹੇ ਜਲਾਲਦੀਨ, ਸਾਰਿਆਂ ਦਾ ਭਾਰ ਤੇਰੇ ਗਲ ਵਿੱਚ ਹੀ ਆ ਕੇ ਪਏਗਾ। ਭੋਗੋਗੇ ਦੁਖ ਨਰਕ ਕਨੇਰੇ। ਜਿਸ ਕਰਕੇ ਵੀ ਬਹੁਤ ਨਰਕਾਂ ਵਿੱਚ ਪੈ ਕੇ ਤੁਸੀਂ ਦੁੱਖ ਭੋਗੋਗੇ। ਪਰਮੇਸ਼ਰ ਕੋ ਲਖਿਓ ਆਨਾ। ਉਹ ਜਲਾਲਦੀਨ, ਪਰਮੇਸ਼ਰ ਤੂੰ ਨਿਆਣਾ ਸਮਝਿਆ, ਅਣਜਾਣ ਸਮਝਦਾ ਪਰਮੇਸ਼ਰ ਨੂੰ ਵੀ ਇਹਨੂੰ ਪਤਾ ਨਹੀਂ ਹੈ ਕੋਈ। ਆਪਨ ਜਾਣਿਆ ਪਰਮ ਸਿਆਣਾ। ਤੇ ਆਪਣੇ ਆਪ ਨੂੰ ਤੂੰ ਸਿਆਣਾ ਸਮਝਦਾ ਵੀ ਮੈਂ ਬੜਾ ਸਿਆਣਾ, ਜਿੱਥੇ ਗਲਤ ਹੁੰਦਾ ਹੋਵੇ ਉੱਥੇ ਸਹੀ ਕਰਕੇ ਵਿਖਾਉਂਦਾ ਹਾਂ। ਬੇਮੁਖ ਅਬ ਤੋਰਨ ਉੱਠ ਜਾਈਆ। ਉਹ ਬੇਮੁਖਾ ਜਲਾਲਦੀਨ, ਇੱਥੋਂ ਹੁਣੇ ਛੇਤੀ ਛੇਤੀ ਉੱਠ ਕੇ ਨਿਕਲ ਜਾ ਸਾਡੇ ਮਕਾਨ ਵਿੱਚੋਂ। ਇਹਾਂ ਰਹਿਣ ਤਵ ਥਾਨ ਨਾ ਹਈਆ। ਇੱਥੇ ਰਹਿਣ ਵਾਸਤੇ ਤੇਰੇ ਵਾਸਤੇ ਕੋਈ ਥਾਂ ਨਹੀਂ ਹੈ, ਤੂੰ ਹੁਣੇ ਦੇਰੀ ਤੋਂ ਬਿਨਾਂ ਚਲਿਆ ਜਾ ਇੱਥੋਂ। ਸੁਨਿਆ ਜਲਾਲ ਸਮਝ ਤਬ ਆਈ। ਜਦੋਂ ਜਲਾਲਦੀਨ ਪੀਰ ਨੇ ਸੁਣਿਆ ਤੇ ਤਦੋਂ ਸਮਝ ਆਈ ਹੈ ਵੀ ਇਹ ਜੋ ਮਹਾਤਮਾ ਕਹਿੰਦੇ ਆ ਗੱਲ ਤੇ ਬਿਲਕੁਲ ਹੀ ਠੀਕ ਹੈ। ਬੋਲਿਓ ਬਹੁਰ ਹਿਰਦੇ ਪਛਤਾਈ। ਹਿਰਦੇ ਵਿੱਚ ਬਹੁਤ ਹੀ ਪਛਤਾ ਕੇ ਬੋਲਿਆ ਹੈ ਜਲਾਲਦੀਨ ਪੀਰ। ਜੇ ਭਾਣਾ ਮਨ ਹਸੇ ਕਾਸੇ। ਐ ਮਹਾਤਮਾ ਜੀ, ਤੁਸੀਂ ਦੱਸੋ ਜਿਹੜੇ ਭਾਣਾ ਪਰਮੇਸ਼ਰ ਦਾ ਹੁਕਮ ਮੰਨਦੇ ਆ, ਉਹ ਰੱਬ ਦੇ ਪਿਆਰੇ ਕੈਸੇ ਹੁੰਦੇ ਐ? ਉੱਤਰ ਮੋਹੇ ਬਤਾਵੋ ਆਸੇ। ਉਹਨਾਂ ਦਾ ਜਿਵੇਂ ਹੁੰਦੇ ਨਾ, ਉਸੇ ਤਰ੍ਹਾਂ ਹੀ ਮੈਨੂੰ ਤੁਸੀਂ ਉੱਤਰ ਦਿਓ ਜੀ। ਕਹਾ ਮਹੰਤ ਜੇ ਭਾਣਾ ਮਾਨਾ। ਮਹੰਤ ਜੀ ਕਹਿਣ ਲੱਗੇ ਜਲਾਲਦੀਨ, ਜਿਹੜੇ ਪਰਮੇਸ਼ਰ ਦਾ ਭਾਣਾ ਮੰਨਦੇ ਆ, ਜਿਹੜੇ ਹੁਕਮ ਮੰਨਦੇ ਆ, ਸੇ ਗੁਰਮੁਖ ਹੈ ਮਨ ਜੋ ਸੁਜਾਨਾ। ਉਹ ਗੁਰਮੁਖ ਹੁੰਦੇ ਆ। ਤੇ ਉਹ ਗੁਰਮੁਖ ਬਹੁਤ ਹੀ ਜਿਹੜੇ ਮਨੁੱਖ ਸਿਆਣੇ ਹੁੰਦੇ ਆ। ਗੁਰਮੁਖ ਹੋਵੇ ਸੋ ਭਾਣਾ ਮੰਨੈ। ਜਿਹੜੇ ਗੁਰਮੁਖ ਹੁੰਦੇ ਉਹ ਰੱਬ ਦਾ ਭਾਣਾ ਮੰਨਦੇ, ਕਦੀ ਤਰੋੜ ਮਰੋੜ ਨਹੀਂ ਕਰਦੇ, ਵਿੱਚ ਟੰਗਾ ਨਹੀਂ ਡਾਉਂਦੇ। ਜੇ ਭਾਣਾ ਮੇਟਹਿ ਕਰਤਾਰਾ। ਜਿਹੜੇ ਪਰਮੇਸ਼ਰ ਦਾ ਭਾਣਾ ਹੁਕਮ ਮੇਟਦੇ ਆ, ਮੋੜਦੇ, ਤਰਕਾਂ ਕਰਦੇ ਵੀ ਆਹ ਕੀ ਕੀਤਾ ਤੂੰ। ਸੋ ਬੇਮੁਖ ਦੁਖ ਪਾਵਹਿ ਭਾਰਾ। ਉਹ ਬੇਮੁਖ ਹੁੰਦੇ, ਮਨਮੁਖ ਹੁੰਦੇ, ਭਾਰਾ ਦੁੱਖ ਪਾਉਂਦੇ ਆ। ਜਿਹੜੇ ਕਹਿੰਦੇ ਵੀ ਤੂੰ ਤੇ ਬੜੀ ਮਾੜੀ ਕੀਤੀ, ਤੈਨੂੰ ਇਵੇਂ ਚਾਹੀਦਾ ਨਹੀਂ ਸੀ ਕਰਨਾ। ਦੋਹਰਾ ਤਬ ਜਲਾਲ ਬੋਲਿਓ ਬਚਨਾ। ਤਦੋਂ ਇਹ ਜਲਾਲਦੀਨ ਪੀਰ ਸੁਣ ਕੇ ਬਚਨ ਬੋਲਿਆ, ਭਲੋ ਮਾਇਨਾ ਪਾਏ। ਮਹਾਤਮਾ ਜੀ, ਮੈਂ ਤੁਹਾਡੇ ਚਰਨੀ ਪੈਣਾ, ਮੈਂ ਤੁਹਾਡੇ ਤੋਂ ਚੰਗਾ ਹੀ ਮਾਇਨਾ ਅਰਥ ਪਾ ਲਿਆ ਹੈ।
ਜਿਸ ਅਰਥ ਨੂੰ ਲੈਣ ਵਾਸਤੇ ਮੈਂ ਆਇਆ ਸਾਂ ਉਹ ਅਰਥ ਤੁਹਾਡੇ ਕੋਲੋਂ ਸੁਖਾਲਾ ਹੀ ਪਾ ਲਿਆ ਚੰਗਾ। ਮੱਕੇ ਜਾਵਨ ਤੇ ਬਚਿਓ, ਕਿਉਂਕਿ ਮੈਂ ਮੱਕੇ ਨੂੰ ਜਾਣਾ ਸੀ ਤੇ ਮੱਕੇ ਦਾ ਰਸਤਾ ਬੜਾ ਦੂਰ ਸੀ, ਉੱਥੋਂ ਜਾਣ ਤੋਂ ਬਚ ਗਿਆ ਹਾਂ ਜੀ। ਨਿਸ਼ਾ ਭਾਈ ਮਨ ਆਏ, ਮੇਰੇ ਮਨ ਵਿੱਚ ਤੇ ਇੱਥੇ ਤੁਹਾਡੇ ਕੋਲ ਆ ਕੇ ਤਸੱਲੀ ਹੋ ਗਈ ਮੇਰੇ ਮਨ ਦੀ ਵੀ ਜਿਹੜੇ ਪਰਮੇਸ਼ਰ ਦਾ ਭਾਣਾ ਮੰਨਦੇ ਆ ਉਹ ਗੁਰਮੁਖ ਹੁੰਦੇ ਆ, ਜਿਹੜੇ ਨਹੀਂ ਮੰਨਦੇ ਉਹ ਮਨਮੁਖ ਹੁੰਦੇ ਆ। ਜੋ ਬਚਨਾਂ ਦੀ ਮੈਂ ਵਿਚਾਰ ਲੈਣ ਆਇਆ ਸਾਂ ਵੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ, ਵੀ ਗੁਰਮੁਖ ਜਿਹੜੇ ਆ ਗੁਰੂ ਦੇ ਨਾਦੰ ਕੋਈ ਉਪਦੇਸ਼ ਲੈ ਕੇ ਤੇ ਗੁਰੂ ਦੇ ਵੇਦ ਗਿਆਨ ਸਰੂਪ 'ਚ ਸਮਾਏ ਰਹਿੰਦੇ ਆ, ਤੇ ਗੁਰਮੁਖ ਰਹਾ ਸਮਾਈ ਉਹਦੇ ਵਿੱਚ ਉਹ ਸਮਾਏ ਰਹਿੰਦੇ ਉਹਦੇ ਹੁਕਮ ਵਿੱਚ ਰਹਿ ਕੇ। ਤੇ ਉਸ ਬਚਨਾਂ ਦੀ ਮੇਰੀ ਤਸੱਲੀ ਹੋ ਗਈ, ਮੈਨੂੰ ਉਹਦਾ ਅਰਥ ਮਿਲ ਗਿਆ ਮਹਾਤਮਾ ਜੀ। ਤੇ ਮੈਨੂੰ ਇਹ ਵੀ ਸਮਝ ਆ ਗਈ ਵੀ ਮੈਂ ਸਮਝਦਾ ਵੀ ਮੈਂ ਪਰਮੇਸ਼ਰ ਦਾ ਬੜਾ ਤਕੜਾ ਪੀਰ ਹਾਂ, ਖੁਦਾ ਨੂੰ ਮੰਨਣ ਵਾਲਾ। ਮੈਂ ਤੇ ਜਮਾ ਹੀ ਮਨਮੁਖ ਬੇਮੁਖੀ ਤਕੜਾ ਹਾਂ। ਚੌਪਈ ਇੱਕ ਦਰਵੇਸ਼ ਮਿਲਿਆ ਮਜ ਆਈ, ਸੰਤ ਜੀ ਉਹ ਗੱਲ ਕੀ ਸੀ ਵਿੱਚ ਵੀ ਇੱਕ ਜਿਹੜਾ ਦਰਵੇਸ਼ ਨਾ ਮੇਰੇ ਸਥਾਨ ਤੇ ਆ ਮੈਨੂੰ ਮਿਲੇ ਐ। ਗੁਰਮੁਖ ਕੀ ਤਿਨ ਗਿਰਾ ਅਲਾਈ, ਗੁਰਮੁਖ ਦੀ ਜਿਹੜੀ ਪਰਿਭਾਸ਼ਾ ਹੈ ਗੁਰਮੁਖ ਦੀ ਬਾਣੀ ਉਹਨਾਂ ਨੇ ਕਹੀ ਹੈ ਮੁਖੋਂ, ਉਹੀ ਕਹਿ ਰਹੇ ਸਨ ਇਹ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ। ਇਹ ਉਹਨਾਂ ਦੇ ਬਚਨ ਹਨ ਜਿਹੜੇ ਮੇਰੇ ਸਥਾਨ ਤੇ ਆਏ ਹੋਏ ਐ। ਲੈਨ ਮਾਇਨਾ ਮੈਂ ਚੱਲ ਆਇਓ, ਉਹਨਾਂ ਬਚਨਾਂ ਦਾ ਮਾਇਨਾ ਅਰਥ ਲੈਣ ਵਾਸਤੇ ਚੱਲ ਕੇ ਮੈਂ ਮੱਕੇ ਵੱਲ ਆਇਆ ਸਾਂ। ਸੋ ਤੁਮ ਤੇ ਨੀਕੀ ਬਿਦ ਪਾਇਓ, ਉਹ ਖੁਦਾ ਦੀ ਦੇਵ ਨੈਤੀ ਮੈਂ ਤੁਹਾਡੇ ਪਾਸ ਆ ਗਿਆ, ਤੁਹਾਡਾ ਮੇਲ ਮਿਲਾਪ ਹੋ ਗਿਆ, ਜਿਸ ਕਰਕੇ ਚੰਗੀ ਤਰ੍ਹਾਂ ਉਸ ਤੁਕ ਦਾ ਅਰਥ ਪਾ ਲਿਆ ਮੈਂ ਜੀ। ਕਹਿ ਮਹੰਤ ਸੋ ਜੋ ਦਰਵੇਸਾ, ਸੰਤ ਕਹਿਣ ਇਹਨਾਂ ਦੀ ਇਹ ਮਹੰਤਾਂ ਦੀ ਗਿਆਨ ਦਾ ਨੇਤਰ ਖੁੱਲੇ ਸਨ, ਗਿਆਨ ਦੀ ਅੱਖ ਖੁੱਲੀ ਹੋਈ ਸੀ, ਜਿਸ ਕਰਕੇ ਕਹਿਣ ਲੱਗੇ ਇਹ ਜਲਾਲਦੀਨ ਪੀਰ ਉਹ ਜਿਹੜੇ ਤੇਰੇ ਆਏ ਨਾ ਸਥਾਨ ਵਿੱਚ ਉਹ ਬੜੇ ਤਕੜੇ ਦਰਵੇਸ਼ ਹੈ ਪਰਮੇਸ਼ਰ ਦੇ। ਪੂਰਨ ਪੁਰਖ ਲਖੋ ਜਗਤੇ ਸਾ, ਉਹ ਤੇ ਜਗਤ ਦੇ ਮਾਲਕ ਹੈ, ਪਰਿਪੂਰਨ ਅਕਾਲ ਪੁਰਖ ਜਾਣ ਲਾ ਉਹਨਾਂ ਨੂੰ। ਹੈ ਸਰਬੱਗ ਲਖੋ ਗੁਣ ਖਾਨੀ, ਗੁਣਾਂ ਦੀ ਖਾਣ ਹੈ, ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਸਰਬ ਗਿਆਤਾ ਜਾਣ ਲੈ। ਜਾਏ ਸਰਨ ਗਹੀਏ ਮਨ ਬਾਨੀ, ਇਸ ਕਰਕੇ ਤੂੰ ਉਹਨਾਂ ਨੂੰ ਐਵੇਂ ਨਾ ਸਮਝ ਵੀ ਤੇਰੇ ਸਥਾਨ ਤੇ ਆਏ ਹੋਏ ਆ, ਉਹ ਬੜੇ ਮਹਾਨ ਹੈ, ਪਰਮੇਸ਼ਰ ਖੁਦਾ ਆਪ ਹੀ ਆਇਆ ਹੋਇਆ। ਇਹ ਮਨ ਬਾਣੀ ਸਰੀਰ ਕਰਕੇ ਤੂੰ ਉਹਨਾਂ ਦੀ ਸ਼ਰਨ ਜਾ ਕੇ ਗ੍ਰਹਿਣ ਕਰ ਲਾ, ਉਹਨਾਂ ਦੀ ਸ਼ਰਨ ਵਿੱਚ ਪੈ ਜਾ। ਸੁਨਿਓ ਜਲਾਲ ਭੇਦ ਭਲ ਪਾਏ, ਜਦੋਂ ਜਲਾਲ ਜੀ ਪੀਰ ਨੇ ਸੁਣਿਆ ਸੰਤਾਂ ਕੋਲੋਂ ਚੰਗਾ ਹੀ ਭੇਦ ਪਾਇਆ ਵੀ ਮਨਾ ਤੇਰੇ ਸਥਾਨ ਤੇ ਖੁਦਾ ਆਪ ਹੀ ਆ ਗਿਆ ਹੈ। ਸ੍ਰੀ ਨਾਨਕ ਕੋ ਲਖਿਓ ਖੁਦਾਏ, ਗੁਰੂ ਨਾਨਕ ਸਾਹਿਬ ਜੀ ਨੂੰ ਖੁਦਾ ਹੀ ਕਰਕੇ ਜਾਣ ਲਿਆ ਵੀ ਉਹਦੇ ਖੁਦਾ ਆਇਆ ਹੈ ਮੇਰੇ ਉੱਥੇ ਡੇਰੇ ਵਿੱਚ। ਤਬ ਆਹਾਰ ਉਤਰਿਓ ਲੀ ਤਬ ਆਹਾਰ ਉਤਰਿਓ ਲੀ ਖਾਈ, ਜਦੋਂ ਹੀ ਉਹ ਭਾਣਾ ਮੰਨ ਲਿਆ ਵੀ ਗੁਰਮੁਖ ਭਾਣਾ ਮੰਨਦੇ ਐ, ਮਨਮੁਖ ਭਾਣਾ ਨਹੀਂ ਮੰਨਦੇ ਉਹ ਬੇਮੁਖ ਹੁੰਦੇ ਐ। ਜਦੋਂ ਇਹ ਨਿਸ਼ਚਾ ਹੋ ਗਿਆ ਤੁਕ ਦਾ ਅਰਥ ਪ੍ਰਾਪਤ ਹੋ ਗਿਆ ਤੇ ਇਹ ਸਮਝ ਲਿਆ ਵੀ ਮੈਂ ਤੇ ਬੇਮੁਖ ਹਾਂ ਬੜਾ ਤਗੜਾ। ਉਹ ਪਰਮੇਸ਼ਰ ਵੱਲੋਂ ਹੀ ਕਹਿੰਦੇ ਤਦੋਂ ਭੋਜਨ ਦਾ ਜਿਹੜਾ ਥਾਲ ਹੈ ਉਤਰਿਆ ਜਲਾਲਦੀਨ ਪੀਰ ਜੀ ਨੇ ਛਕ ਲਿਆ ਹੈ। ਸੁਖ ਸੋ ਸਗਰੀ ਰਾਨ ਬਿਤਾਈ, ਬੜੀ ਸੁੱਖ ਨਾਲ ਸਾਰੀ ਰਾਤ ਬਿਤਾਈ ਲੰਘਾਈ ਹੈ। ਦੋਹਰਾ ਹੋਰ ਪਈ ਇੱਛਾ ਕਰੀ, ਕਹਿੰਦੇ ਜਦੋਂ ਸਵੇਰ ਹੋਈ ਹੈ ਸਵੇਰ ਹੁੰਦਿਆਂ ਹੀ ਇੱਛਾ ਕੀਤੀ ਹੈ ਜਾਣ ਦੀ। ਜਾਓ ਸਿੰਧ ਕੇ ਪਾਰ, ਇਹ ਜਿਹੜਾ ਸਮੁੰਦਰ ਹੈ ਇਹਦੇ ਮੈਂ ਪਾਰ ਹੁਣ ਚਲਿਆ ਜਾਵਾਂ। ਆਇਓ ਤਬਹ ਜਹਾਜ ਢਿਗ, ਜਦੋਂ ਇਹ ਸਮੁੰਦਰ ਦੇ ਕਿਨਾਰੇ ਜਾ ਕੇ ਇੱਛਾ ਕੀਤੀ ਵੀ ਪਾਰ ਚਲਿਆ ਜਾਵਾਂ, ਕਹਿੰਦੇ ਉਸੇ ਵੇਲੇ ਜਹਾਜ਼ ਕੋਲ ਆ ਗਿਆ। ਚੜਨ ਚਲਣ ਹਿਤ ਤਾਰ, ਐਵੇਂ ਜਲਾਲਦੀਨ ਪੀਰ ਜੀ ਚੜ੍ਹੇ ਹੈ ਤੇ ਚੱਲਣ ਵਾਸਤੇ ਪ੍ਰੇਮ ਪਿਆਰ ਧਿਆਰਿਆ ਹੈ। ਚੌਪਈ
ਸਿੰਧ ਉਰਾਰ ਆਏ ਕਰ ਤੂਰਨਾ। ਜਹਾਜ਼ ਦੇ ਰਾਹੀਂ ਸਮੁੰਦਰ ਦੇ ਉਰਲੇ ਪਾਸੇ ਬੜੀ ਛੇਤੀ ਆ ਕਰਕੇ ਪਹੁੰਚਿਓ ਜਹਾਂ ਸ੍ਰੀ ਨਾਨਕ ਪੂਰਨਾ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਰਿਪੂਰਨ ਮਹਾਰਾਜ ਬੈਠੇ ਸਨ, ਜਲਾਲਦੀਨ ਪੀਰ ਉੱਥੇ ਆ ਪਹੁੰਚਿਆ। ਪਦ ਪੰਕਜ ਲਪਟਿਓ ਹੋਇਆ ਦੀਨਾ। ਗੁਰੂ ਜੀ ਦੇ ਚਰਨ ਕਮਲਾਂ ਉੱਪਰ ਬੜਾ ਦੀਨ ਮਾਣਾ ਗਰੀਬੜਾ ਹੋ ਕੇ ਆ ਕੇ ਲੱਗ ਗਿਆ। ਤੁਮ ਖੁਦਾਏ ਹੋ ਸਰਬ ਪਰ ਬੀਨਾ। ਐ ਗੁਰੂ ਨਾਨਕ ਸਾਹਿਬ ਜੀ, ਤੁਸੀਂ ਦੇ ਆਪ ਹੀ ਖੁਦਾ ਹੋ, ਸਰਬ ਕਲਾ ਗਿਆਤੇ ਹੋ, ਸਿਆਣੇ ਹੋ। ਮਹਾਰਾਜ ਤੁਸੀਂ ਅੰਤਰਜਾਮੀ ਹੋ। ਕਰ ਉਸਤਤ ਬਹੁ ਬੈਠਿਓ ਪਾਸੂ। ਬਹੁਤ ਉਸਤਤੀ ਕਰਕੇ ਤੇ ਗੁਰੂ ਸਾਹਿਬ ਜੀ ਦੇ ਪਾਸ ਕੋਲ ਹੋ ਕੇ ਬੈਠਿਆ। ਬੋਲੇ ਬਚਨ ਸਗਲ ਸੁਖ ਰਾਸੋ। ਜੋ ਸੁਖ ਸਾਰੇ ਸੁੱਖਾਂ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਤਦੋਂ ਬਚਨ ਬੋਲੇ। ਜੋ ਕਛ ਅਰਥ ਸੁਨਿਓ ਤਾਂ ਜਾਈ। ਪੀਰ ਜੀ, ਜੋ ਕੁਝ ਅਰਥ ਤੁਕਾਂ ਦੇ ਜਿਹੜੇ ਤੁਸੀਂ ਸਾਨੂੰ ਪੁੱਛਦੇ ਹੋ, ਤੁਸਾਂ ਨੇ ਤੈਂ ਜਾਈ ਜੋ ਜਾ ਕੇ ਆਪ ਜੀ ਨੇ ਜੋ ਵੀ ਅਰਥ ਸੁਣਿਆ ਉਸ ਤੁਕ ਦਾ, ਸੋ ਜਲਾਲ ਤਮ ਦੇਹੁ ਬਤਾਈ। ਜਲਾਲਦੀਨ ਪੀਰ ਜੀ ਉਹ ਤੁਸੀਂ ਸਾਨੂੰ ਸੁਣਾ ਦਿਓ, ਦੱਸ ਦਿਓ। ਤਬ ਹੀ ਪੀਰ ਜੋਰ ਕਰ ਕਹੀ। ਤਦੋਂ ਜਲਾਲਦੀਨ ਪੀਰ ਨੇ ਦੋਵੇਂ ਹੱਥ ਜੋੜ ਕੇ ਕਿਹਾ, ਤੁਮ ਕੋ ਸਭ ਕਿਛ ਰੋਸ਼ਨ ਅਹੀ। ਮਹਾਰਾਜ ਤੁਹਾਨੂੰ ਤੇ ਸਭ ਕੁਝ ਹੀ ਰੋਸ਼ਨ ਹੈ, ਚਾਨਣ ਹੈ। ਤੁਹਾਡੇ ਅੱਗੇ ਕਿਹੜੀ ਲੁਕੀ ਛਿਪੀ ਗੱਲ, ਸਭ ਕੁਝ ਪ੍ਰਗਟ ਹੀ ਹੈ ਤੁਹਾਡੇ ਪਾਸ। ਨਹ ਜਾਨਹ ਤੋ ਬੂਝਹੁ ਮੋਕੋ। ਹਾਂ ਮਹਾਰਾਜ, ਜੇ ਤੇ ਤੁਸੀਂ ਉਹਨਾਂ ਸ਼ਬਦਾਂ ਦੇ ਅਰਥ ਨਾ ਜਾਣਦੇ ਹੋ ਫਿਰ ਤੇ ਤੁਸੀਂ ਮੈਨੂੰ ਪੁੱਛੋ, ਪਰ ਮਹਾਰਾਜ ਉਹਦੀ ਬਾਣੀ ਤੁਹਾਡੀ ਆਪਣੀ ਹੈ, ਤੁਸੀਂ ਉਚਾਰਨ ਕੀਤੀ ਹੋਈ ਹੈ। ਸਭ ਘਟ ਘਟ ਕੀ ਸੁਧ ਹੈ ਤੋ ਕੋ। ਤੁਹਾਨੂੰ ਤੇ ਗੁਰੂ ਸਾਹਿਬ ਜੀ ਸਾਰਿਆਂ ਘਟਾਂ ਘਟਾਂ, ਸਰੀਰਾਂ ਸਰੀਰਾਂ, ਰਿਦਿਆਂ ਰਿਦਿਆਂ, ਦਿਲਾਂ ਦਿਲਾਂ ਦੀ ਤੁਸੀਂ ਜਾਣਦੇ ਹੋ। ਤੁਹਾਨੂੰ ਤੇ ਸਾਰੇ ਦਿਲਾਂ ਦਿਲਾਂ ਦੀ ਖਬਰ ਹੈ। ਦੋਹਰਾ ਸ੍ਰੀ ਗੁਰ ਉਚਰਿਓ ਕਹੋ ਅਬ। ਗੁਰੂ ਸਾਹਿਬ ਜੀ ਨੇ ਫੇਰ ਕਿਹਾ ਵੀ ਜਲਾਲਦੀਨ ਪੀਰ ਜੀ ਤੁਸੀਂ ਫੇਰ ਵੀ ਹੁਣ ਕਹੋ। ਜਿਸ ਬਿਦ ਭਇਓ ਬਿਰਤਾਂਤ। ਜਿਸ ਤਰ੍ਹਾਂ ਸਾਰਾ ਹੀ ਤੁਹਾਡੇ ਨਾਲ ਪ੍ਰਸੰਗ ਹੋਇਆ ਹੈ। ਤਬ ਜਲਾਲ ਬਚਮਾਨ ਕਾ। ਤਦੋਂ ਸਤਿਗੁਰੂ ਜੀ ਦੇ ਬਚਨ ਮੰਨ ਕੇ ਜਲਾਲਦੀਨ ਪੀਰ ਨੇ ਭਨੀ ਸਰਬ ਨਿਜ ਬਾਤ। ਆਪਣੀ ਸਾਰੀ ਜਿਹੜੀ ਗੱਲਬਾਤ ਹੱਡ ਬੀਤੀ ਕਹੀ ਹੈ ਵੀ ਮਹਾਰਾਜ ਮੈਂ ਚਲਿਆ ਗਿਆ, ਸਮੁੰਦਰ ਦੇ ਕਿਨਾਰੇ ਜਹਾਜ਼ ਲੱਗ ਗਿਆ, ਮੈਂ ਉੱਥੇ ਪ੍ਰਵੇਸ਼ ਕਰ ਗਿਆ। ਸੋਹਣੇ ਮਕਾਨ ਸਨ ਉੱਥੇ, ਜਿਹਦੇ ਵਿੱਚ ਸੋਹਣੀਆਂ ਸੇਜਾਂ ਵਿਛੀਆਂ। ਸ਼ਾਮ ਦੇ ਸਮੇਂ ਉੱਥੇ ਸੰਤ ਆਏ, ਇਹ ਰਾਤ ਬਤੀਤ ਕੀਤੀ, ਉਹਨਾਂ ਨੂੰ ਥਾਲ ਭੋਜਨ ਦੇ ਮਿਲੇ, ਮੈਨੂੰ ਨਹੀਂ ਮਿਲਿਆ, ਮੈਂ ਭੁੱਖਾ ਹੀ ਰਿਹਾ ਰਾਤ। ਦਿਨੇ ਫਿਰ ਜਦੋਂ ਦਿਨ ਚੜ੍ਹਿਆ ਉਹ ਕੀ ਵੇਖਿਆ ਵੀ ਇੱਕ ਜਹਾਜ਼ ਡੁੱਬ ਰਿਹਾ ਸੀ ਮਹਾਰਾਜ, ਉਹਦੇ ਵਿੱਚ ਲੋਕ ਚੀਕ ਚਿਹਾੜਾ ਪਾ ਰਹੇ ਸਨ। ਮੈਂ ਕਿਹਾ ਖੁਦਾ ਤੂੰ ਕੀ ਕਰਦਾ ਹੈ, ਤੈਨੂੰ ਇਵੇਂ ਚਾਹੀਦਾ ਨਹੀਂ, ਤੂੰ ਲੋਕਾਂ ਦੇ ਤਰਸ ਕਾਰੇ, ਤੇਰੇ ਵਾਸਤੇ ਮਾੜੀ ਗੱਲ ਹੈ। ਉਹ ਜਹਾਜ਼ ਡੁੱਬਣੋਂ ਹਟ ਕੇ ਰਹਿ ਗਿਆ। ਫਿਰ ਅਗਲੇ ਦਿਨ ਬਾਰਿਸ਼ ਹੋਣ ਲੱਗੀ ਸਮੁੰਦਰ ਵਿੱਚ। ਮੈਂ ਫਿਰ ਤਰਕ ਮਾਰੀ, ਖੁਦਾ ਨੇ ਫਿਰ ਬਾਰਿਸ਼ ਹਟਾ ਦਿੱਤੀ। ਫਿਰ ਉਹ ਜਦੋਂ ਸੰਤਾਂ ਨਾਲ ਮੇਲ ਮਿਲਾਪ ਹੋਇਆ, ਮੈਨੂੰ ਭੋਜਨ ਨਹੀਂ ਮਿਲਿਆ। ਇਸ ਤਰ੍ਹਾਂ ਵਾਰਤਾਲਾਪ ਗੁਰੂ ਸਾਹਿਬ ਜੀ ਹੋਈ ਵੀ ਮੈਨੂੰ ਭੋਜਨ ਨਹੀਂ ਮਿਲਿਆ। ਉਹ ਸੰਤ ਕਹਿਣ ਲੱਗੇ ਵੀ ਤੂੰ ਤਾਂ ਬੜਾ ਤਗੜਾ ਬੇਮੁਖ ਹੈ, ਪਰਮੇਸ਼ਰ ਦੀ ਰਜਾ ਵਿੱਚ ਨਹੀਂ ਰਹਿੰਦਾ ਹੈ। ਅਸੀਂ ਰਜਾ ਵਿੱਚ ਦਿਨ ਕੱਟਦੇ ਹਾਂ, ਤੂੰ ਤਰਕਾਂ ਕਰਨ ਆ ਗਿਆ, ਇੱਥੇ ਮੋੜਨ ਆ ਗਿਆ। ਪਰਮੇਸ਼ਰ ਦਾ ਹੁਕਮ ਹੈ, ਤੂੰ ਚਲੇ ਜਾ, ਇੱਥੇ ਤੇਰੇ ਵਾਸਤੇ ਥਾਂ ਨਹੀਂ ਹੈ, ਹੈਗੀ ਸਾਡੇ ਕੋਲ, ਤੂੰ ਨਿਕਲ ਜਾ ਇੱਥੋਂ ਬਿਨਾਂ ਦੇਰੀ ਤੋਂ। ਇਵੇਂ ਮਹਾਰਾਜ ਇੱਥੇ ਪ੍ਰਸੰਗ ਹੋਏ ਆ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਵੇਂ ਜਿਹੜੀ ਸਾਰੀ ਗੱਲਬਾਤ ਗੁਰਮੁਖ ਕੌਣ ਹੈ ਅਤੇ ਮਨਮੁਖ ਕੌਣ ਹੈ, ਸਾਰੀ ਗੱਲਬਾਤ ਦੱਸੀ। ਚੌਪਈ ਭਾਣਾ ਮਾਨਹ ਗੁਰਮੁਖ ਸੋਈ। ਫਿਰ ਮਾਰੇ ਉੱਥੇ ਸੰਤਾਂ ਨੇ ਮੈਨੂੰ ਕਿਹਾ ਵੀ ਇਹ ਜਲਾਲਦੀਨ ਜਿਹੜੇ ਪਰਮੇਸ਼ਰ ਦਾ ਭਾਣਾ ਹੁਕਮ ਮੰਨਦੇ ਆ ਨਾ, ਉਹ ਪਰਮੇਸ਼ਰ ਦੇ ਪਿਆਰੇ ਗੁਰਮੁਖ ਹੁੰਦੇ ਆ। ਆਏ ਸਮੇਟਹਿ ਬੇਮੁਖ ਹੋਈ। ਜਿਹੜੇ ਵਾਹਿਗੁਰੂ ਦੀ ਆਗਿਆ ਮੇਟਦੇ ਆ, ਹੁਕਮ ਮੇਟਦੇ ਆ, ਉਹ ਬੇਮੁਖ ਹੁੰਦੇ। ਜਿਹੜੇ ਹੁਕਮ ਕਰਹਿ ਮੂਰਖ ਗਾਵਾਰ, ਜਿਹੜੇ ਹੁਕਮ ਕਰਦੇ ਲੈ ਤੂੰ ਮਾੜੀ ਕਰ ਦਿੱਤੀ ਹੈ, ਹਜੇ ਨਹੀਂ ਸੀ ਚਾਹੀਦਾ। ਅੱਜ ਜਿਵੇਂ ਕਈ ਲੋਕ ਐਵੇਂ ਵਾਧੂ ਦੇ ਸਾਧ ਸੰਗਤ ਜੀ ਬਕਵਾਦ ਮਾਰਦੇ। ਬਕਵਾਦ ਹੁੰਦਾ ਕਾਂ ਵਾਂਗ ਬੋਲਣਾ।
ਵੀ ਜੋ ਚਲਿਆ ਗਿਆ ਅਤੇ ਉਹਦੇ ਸੰਬੰਧ ਵਿੱਚ ਕਈ ਜਣਾ ਵੀ ਮਾੜੀ ਹੋਈ, ਘਾਟਾ ਹੋਇਆ ਜੀ, ਇਹ ਤਾਂ ਬੜੇ ਰੱਬ ਨੂੰ ਚਾਹੀਦਾ ਨਹੀਂ ਸੀ, ਅਜੇ ਖੜਨ ਵਾਲਾ ਨਹੀਂ ਸੀ, ਅਗੇ 20 ਸਾਲ ਜੀ ਸਕਦਾ ਸੀ, 30 ਸਾਲ ਜੀ ਸਕਦਾ ਸੀ। ਇਹ ਲੋਕਾਂ ਦੀਆਂ ਵਾਧੂ ਦੀਆਂ ਗੱਲਾਂ ਹੈ। ਹੁਕਮ ਕਰਹਿ ਮੂਰਖ ਗਾਵਾਰ। ਜਿਹੜੇ ਹੁਕਮ ਕਰਦੇ ਨਾ ਲੋਕ ਇਹੋ ਜਿਹੇ ਪਰਮੇਸ਼ਰ ਨੂੰ, ਇਹ ਰੱਬ ਨੂੰ ਹੁਕਮ ਹੀ ਹੈ ਨਾ ਵੀ ਤੈਨੂੰ ਚਾਹੀਦਾ ਨਹੀਂ ਸੀ ਖੜਨਾ, ਵੀ ਉਹ ਮਾਲਕ ਨੂੰ ਵੀ ਪਤਾ ਹੈ ਵੀ ਖੜਨਾ ਚਾਹੀਦਾ ਕਿ ਨਹੀਂ ਖੜਨਾ ਚਾਹੀਦਾ। ਪਰ ਅਸੀਂ ਜਿਹੜੇ ਕਲਯੁਗੀ ਜੀਵ ਨਾ, ਤੁਛ ਬੁੱਧੀ ਵਾਲੇ, ਜਿਨ੍ਹਾਂ ਨੂੰ ਕੋਈ ਸਮਝ ਨਹੀਂ ਆਪਣੇ ਆਪ ਦੀ, ਉਹ ਪਰਮੇਸ਼ਰ ਨੂੰ ਹੀ ਸਿੱਖਿਆ ਦੇਣੇ, ਸਿਖਾਉਂਦੇ ਆ ਵੀ ਤੂੰ ਐਵੇਂ ਨਹੀਂ ਇੰਝ ਕਰ। ਅਤੇ ਗੁਰੂ ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਜੀ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਜਿਹੜੇ ਹੁਕਮੀ ਪਰਮੇਸ਼ਰ ਦੇ ਹੁਕਮ ਨੂੰ ਬੁੱਝ ਲੈਂਦੇ, ਸਮਝ ਲੈਂਦੇ ਆ, ਉਹ ਹਉਮੈ ਵਿੱਚ ਆ ਕੇ ਉਲਟਾ ਨਹੀਂ ਜਵਾਬ ਦਿੰਦੇ। ਉਹ ਕਹਿੰਦੇ ਨਹੀਂ ਵੀ ਮਹਾਰਾਜ ਤੂੰ ਐਵੇਂ ਨਾ ਐਵੇਂ ਕਰ। ਅਤੇ ਇਹ ਹੁਣ ਜਲਾਲਦੀਨ ਪੀਰ ਦੱਸ ਰਿਹਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਵੇਂ ਮੈਨੂੰ ਉਹਨਾਂ ਨੇ ਦੱਸਿਆ ਸੰਤਾਂ ਨੇ ਵੀ ਜਿਹੜੇ ਭਾਣਾ ਮੰਨਦੇ, ਹੁਕਮ ਮੰਨਦੇ, ਉਹ ਗੁਰਮੁਖ ਹੁੰਦੇ ਹੈ, ਅਤੇ ਜਿਹੜੇ ਆਗਿਆ ਮੇਟਦੇ ਹੈ, ਅੱਗੋਂ ਪਰਮੇਸ਼ਰ ਨੂੰ ਹੁਕਮ ਕਰੀ ਜਾਂਦੇ, ਉਹ ਬੇਮੁਖ ਮਨਮੁਖ ਲੋਕ ਹੁੰਦੇ ਆ। ਪ੍ਰਥਮੇ ਇਸ ਬਿਦ ਥੋ ਅਗਿਆਤਾ। ਪਹਿਲਾਂ ਤਾਂ ਇਸ ਤਰ੍ਹਾਂ ਮਹਾਰਾਜ ਮੈਂ ਤਾਂ ਅਗਿਆਤ ਬੇਸਮਝੀ ਸਾਂ, ਵੀ ਮੈਨੂੰ ਨਹੀਂ ਸੀ ਪਤਾ, ਮੈਂ ਤਾਂ ਹਨੇਰੇ ਵਿੱਚ ਹੀ ਤੁਰਿਆ ਫਿਰਦਾ ਸਾਂ, ਆਪਣੇ ਆਪ ਨੂੰ ਹੀ ਵੱਡਾ ਮੰਨੀ ਫਿਰਦਾ ਸਾਂ ਵੀ ਮੈਂ ਬੜਾ ਪੀਰ ਹਾਂ। ਮੈਨੂੰ ਨਹੀਂ ਸੀ ਪਤਾ ਵੀ ਜਿਹੜੇ ਹੁਕਮ ਮੰਨਦੇ ਉਹ ਗੁਰਮੁਖ ਹੁੰਦੇ ਆ, ਜਿਹੜੇ ਨਹੀਂ ਮੰਨਦੇ ਉਹ ਮਨਮੁਖ ਹੁੰਦੇ ਆ। ਮੈਂ ਤਾਂ ਮਹਾਰਾਜ ਅਗਿਆਨੀ ਅੰਧ ਵਿੱਚ ਹੀ ਤੁਰਿਆ ਫਿਰਦਾ ਸਾਂ, ਘੁੱਪ ਹਨੇਰੇ 'ਚ। ਤੁਮ ਮਿਲਣੇ ਤੇ ਪਾਸ ਅਗਿਆਤਾ। ਇਹਦੇ ਤੁਹਾਡੇ ਮਿਲਣ ਨਾਲ ਐਸੀ ਬਿਧ ਬਣੀ ਹੈ, ਮੇਰੇ ਸੇਵਕ ਦੀ ਵਜ੍ਹਾ ਨਾਲ ਮਹਾਰਾਜ ਅਸੀਂ ਗਿਆਤ ਹੋਈ, ਗਿਆਨ ਪਾਉਣਾ ਮਿਲਿਆ ਮੈਨੂੰ, ਜਿਹੜਾ ਤੁਹਾਡੇ ਨਾਲ ਮੇਰਾ ਮੇਲ ਹੋ ਗਿਆ। ਤੁਸਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਵੀ ਗੁਰਮੁਖ ਕੌਣ ਹੈ ਅਤੇ ਮਨਮੁਖ ਕੌਣ ਹੁੰਦੇ ਹੈ, ਮੈਨੂੰ ਕੁਝ ਨਹੀਂ ਸੀ ਪਤਾ। ਇਸ ਪ੍ਰਕਾਰ ਤਿਹ ਦੇ ਉਪਦੇਸਾ। ਇਸ ਤਰ੍ਹਾਂ ਦਾ ਸਤਿਗੁਰੂ ਜੀ ਜਲਾਲਦੀਨ ਪੀਰ ਨੂੰ ਉਪਦੇਸ਼ ਦੇ ਕੇ ਚਲਨੇ ਤਿਆਰ ਭਏ ਜਗਤੇਸਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਬਹਾਵਲਪੁਰ ਦੀ ਰਿਆਸਤ ਤੋਂ ਚੱਲਣ ਲਈ ਤਿਆਰ ਹੋ ਗਏ। ਕਰ ਕਾ ਬੰਧਨ ਬਿਨ ਬਖਾਨੀ। ਜਲਾਲਦੀਨ ਪੀਰ ਨੇ ਦੋਵੇਂ ਹੱਥ ਜੋੜ ਕੇ ਬਹੁਤ ਬੇਨਤੀਆਂ ਦੇ ਸਹਿਤ ਬੇਨਤੀ ਕੀਤੀ। ਸੇਵਕ ਭਇਓ ਕਰਮ ਮਨ ਸੇਵਕ ਭਇਓ ਕਰਮ ਮਨ ਬਾਨੀ। ਕਰਕੇ ਬੰਧਨ ਮੱਥਾ ਟੇਕ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਅਤੇ ਕਿਹਾ, ਮਹਾਰਾਜ ਮੈਂ ਮਨ ਬਾਣੀ ਸਰੀਰ ਕਰਕੇ ਤੁਹਾਡਾ ਪੱਕਾ ਮਰੀਦ ਸੇਵਕ ਹੋ ਗਿਆ ਹਾਂ ਅੱਜ ਤੋਂ। ਸ੍ਰੀ ਗੁਰ ਤਿਹ ਕੋ ਧੀਰਜ ਦੀਨਾ। ਗੁਰੂ ਸਾਹਿਬ ਜੀ ਨੇ ਵੱਡਾ ਹੌਸਲਾ ਦਿੱਤਾ ਵੀ ਪੀਰ ਜੀ ਬਿਲਕੁਲ ਠੀਕ, ਕੋਈ ਗੱਲ ਨਹੀਂ। ਬਹੁਰੋ ਆਪ ਪਿਆਨਾ ਕੀਨਾ। ਫਿਰ ਆਪ ਜੀ ਨੇ ਸਤਿਗੁਰੂ ਜੀ ਨੇ ਅੱਗੇ ਚੱਲਣਾ ਕੀਤਾ। ਕੇਵਲ ਕਾਰਜ ਨਰਨ ਉਦਾਹਰਨ। ਬਸ ਜਿਨ੍ਹਾਂ ਸਤਿਗੁਰਾਂ ਦਾ ਕੇਵਲ ਇੱਕੋ ਹੀ ਕੰਮ ਹੈ ਵੀ ਜੀਵਾਂ ਦਾ, ਭੁੱਲਿਆਂ ਭਟਕਿਆਂ ਵਿਚਾਰਿਆਂ ਦਾ ਉਧਾਰ ਹੀ ਕਰਨਾ ਹੈ। ਭਗਤ ਗਿਆਨ ਕੀ ਸਮਤ ਸਿਖਾਰਨਾ। ਕਿ ਵਾਹਿਗੁਰੂ ਦੀ ਜਿਹੜੀ ਪ੍ਰੇਮ ਨਾਲ ਭਗਤੀ ਕਰਨੀ, ਅਪਰੋਕਸ਼ ਗਿਆਨ ਦੀ ਕਿਵੇਂ ਪ੍ਰਾਪਤੀ ਹੁੰਦੀ ਹੈ, ਇਹ ਸ੍ਰੇਸ਼ਟ ਮੱਤ ਸਿਖਾਉਣ ਲਈ ਸਤਿਗੁਰੂ ਜੀ ਜਿਹੜੇ ਹੈ ਵਿਚਰ ਰਹੇ ਹਨ। ਜਿਨ੍ਹਾਂ ਸਤਿਗੁਰਾਂ ਦਾ ਇਹੀ ਕਾਰਜ ਕੰਮ ਹੈ ਵੀ ਜੀਵਾਂ ਦਾ ਉਧਾਰ ਕਰਨਾ, ਪ੍ਰੇਮਾ ਭਗਤੀ ਬਖਸ਼ ਕੇ, ਅਪਰੋਕਸ਼ ਬ੍ਰਹਮ ਗਿਆਨ ਬਖਸ਼ ਕੇ ਸ੍ਰੇਸ਼ਟ ਮੱਤ ਸਿਖਾਉਣੀ ਹੈ। ਹੋਰ ਗੁਰੂ ਸਾਹਿਬ ਜੀ ਦਾ ਕੋਈ ਮਕਸਦ ਨਹੀਂ ਡਾਲਰ ਇਕੱਠੇ ਕਰਨੇ ਹੈ ਜਾਂ ਵੀ ਦੇਸ਼ਾਂ ਵਿਦੇਸ਼ਾਂ ਜਾ ਕੇ ਪਾਉਂਡ ਇਕੱਠੇ ਕਰਨੇ ਹੈ। ਗੁਰੂ ਸਾਹਿਬ ਜੀ ਦਾ ਬਸ ਇਹੀ ਇੱਕ ਸਿਧਾਂਤ ਹੈ, ਇਹੀ ਕਾਰਜ ਹੈ ਕਿ ਸਭ ਦਾ ਉਧਾਰ ਹੀ ਕਰਨਾ, ਭਲਾ ਕਰਨੀ ਮਹਾਰਾਜ ਆਏ, ਪਰਉਪਕਾਰੀ ਗੁਰੂ ਪਿਆਰੇ। ਗੁਰੂ ਪਿਆਰੇ ਗੁਰੂ ਨਾਨਕ ਸਾਹਿਬ ਜੀ ਪਰਉਪਕਾਰੀ ਹਨ, ਜੋ ਸਭ ਦਾ ਭਲਾ ਹੀ ਕਰਨ ਵਾਸਤੇ ਆਏ ਸਨ। ਇਹ ਪ੍ਰਸੰਗ ਦੀ ਸਮਾਪਤੀ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਜਲਾਲ ਕੋ ਪ੍ਰਸੰਗ ਵਰਨਨ ਨਾਮ 32ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਦੇ 32 ਅਧਿਆਏ ਜਿਹੜੇ ਸਮਾਪਤ ਹੋ ਗਏ ਆ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਮਹਾਰਾਜ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਹਾਰ ਬਖਸ਼ ਲੈਣਾ ਜੀ। ਕੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਸ੍ਰੀ ਗੁਰ ਤਿਲਕ ਧੀਰਜ ਦੀਨਾ ਬਹੁਰੋ ਆਪ ਭਿਆਨਾ ਕੀਨਾ ਕੇਵਲ ਕਾਰਜ ਨਰਨ ਉਦਾਰਨਾ ਭਗਤ ਗਿਆਨ ਕੀ ਸਮਤ ਸਿਖਾਰਨਾ ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰ ਦੇ ਜਲਾਲ ਕੋ ਪ੍ਰਸੰਗ ਵਰਨਨੰਗ ਨਾਮ 32ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।